ਦਲੀਲ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਐਸਪੀ ਸਿੰਘ। ਦੇਸ਼ ਦੀ ਅਦਾਲਤ-ਏ ਉਸਮਾ ਨੇ ਰਾਜੀਵ ਗਾਂਧੀ ਹੱਤਿਆ ਕੇਸ ਦੇ ਆਖਰੀ 6 ਦੋਸ਼ੀ ਛੱਡ ਦਿੱਤੇ ਹਨ। ਬੜਾ ਰੌਲਾ ਪਿਆ ਹੈ। ਅਖੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਜਿਹੜੇ ਸ਼ਾਇਦ ਦੁਬਾਰਾ ਵੀ ਪ੍ਰਧਾਨ ਮੰਤਰੀ ਬਣ ਸਕਦੇ ਸਨ, ਉਹਦੀ ਹੱਤਿਆ ਕਰਨ ਵਾਲਿਆਂ ਨੂੰ ਛੱਡ ਦਿੱਤਾ ਗਿਆ। ਕਾਂਗਰਸ ਦੀ ਸੁਪਰੀਮ ਲੀਡਰ ਸੋਨੀਆ ਗਾਂਧੀ ਨੇ ਪਹਿਲਾਂ ਦੋਸ਼ੀ ਨਲਿਨੀ ਦੀ ਫਾਂਸੀ ਦੀ ਸਜ਼ਾ ਘਟਾਉਣ ਦੀ ਸਿਫਾਰਿਸ਼ ਵੀ ਕੀਤੀ ਸੀ, ਪਰ ਹੁਣ ਕਾਂਗਰਸ ਨੇ ਕਿਹਾ ਕਿ ਬਿਲਕੁਲ ਸਾਨੂੰ ਮਨਜ਼ੂਰ ਨਹੀਂ, ਗਲਤ ਹੋਇਆ ਅਤੇ ਪਾਰਟੀ ਸੋਨੀਆ ਗਾਂਧੀ ਦੇ ਨਾਲ ਇਕਮਤ ਨਹੀਂ ਹੈ। ਤਾਮਿਲਨਾਡੂ ਵਿਚਲੀਆਂ ਸਾਰੀਆਂ ਸਿਆਸੀ ਸ਼ਕਤੀਆਂ, ਖਾਸ ਤੌਰ ਉੱਤੇ ਡੀਐਮਕੇ ਅਤੇ ਅੰਨਾ ਡੀਐਮਕੇ, ਸਪਸ਼ਟ ਤੌਰ ਉੱਤੇ ਇਸ ਰਿਹਾਈ ਦਾ ਕ੍ਰੈਡਿਟ ਲੈ ਰਹੀਆਂ ਹਨ। ਪੰਜਾਬ ਵਿੱਚ ਅਕਾਲੀ ਦਲ ਨੇ ਕਿਹਾ ਕਿ ਜੇ ਰਾਜੀਵ ਗਾਂਧੀ ਦੇ ਹਥਿਆਰੇ ਛੱਡੇ ਜਾ ਸਕਦੇ ਹਨ ਤਾਂ ਬੰਦੀ ਸਿੰਘ ਜਿਹੜੇ ਆਪਣੀਆਂ ਸਜ਼ਾਵਾਂ ਭੁਗਤ ਚੁੱਕੇ ਹਨ, ਉਹਨਾਂ ਨੂੰ ਕਿਉਂ ਨਹੀਂ ਛੱਡਿਆ ਜਾ ਰਿਹਾ। ਕਿਸੇ ਕਾਤਲ ਨੂੰ ਕਤਲ ਹੋਣ ਵਾਲੇ ਪਰਿਵਾਰ ਵੱਲੋਂ ਛੱਡੇ ਜਾਣ ਲਈ ਕਹਿਣਾ, ਇਹ ਕੈਸਾ ਸਫ਼ਰ ਹੁੰਦਾ ਹੋਵੇਗਾ ਦੋਹਾਂ ਲਈ। ਪੰਜਾਬ ਵਾਲੇ ਇਹਦੀ ਇੱਕ ਰਿਮਾਰਕੇਬਲ ਮਿਸਾਲ ਜਾਣਦੇ ਹਨ। ਇੱਕ ਬੜੇ ਪੜ੍ਹੇ ਲਿਖੇ ਨੌਜਵਾਨ ਨੇ ਕਾਂਗਰਸ ਦੇ ਇੱਕ ਵੱਡੇ ਲੀਡਰ ਦਾ ਦਿੱਲੀ ਵਿੱਚ ਕਤਲ ਕਰ ਦਿੱਤਾ, ਫਿਰ ਵਤਨੋਂ ਬਾਹਰ ਤੇ ਵਤਨ ਵਿੱਚ ਜੇਲ੍ਹ ਕੱਟੀ ਅਤੇ ਅੰਤ ਕਤਲ ਹੋਣ ਵਾਲੇ ਮਾਂ-ਬਾਪ ਦੀ ਇਕਲੌਤੀ ਸੰਤਾਨ ਬਹੁਤ ਪੜ੍ਹੀ ਲਿਖੀ ਬੇਟੀ ਨੇ ਉਹਨੂੰ ਵੀ ਸਮਝਿਆ, ਦੁੱਖੜੇ ਸਾਂਝੇ ਹੋਏ ਤੇ ਉਹਨੂੰ ਛੱਡ ਦੇਣ ਦੀ ਸਿਫਾਰਿਸ਼ ਕੀਤੀ। ਕ੍ਰਾਈਮ ਅਤੇ ਪਨਿਸ਼ਮੈਂਟ ਦੀ, ਅਪਰਾਧ ਅਤੇ ਸਜ਼ਾ ਦੀ ਅਤੇ ਫਿਰ ਅਸਲੀ ਇਨਸਾਫ ਦੀਆਂ ਇਹ ਕੈਸੀਆਂ ਕਹਾਣੀਆਂ ਹਨ। ਮਨੁੱਖ ਕਿਹੜੇ ਰਸਤਿਓਂ ਲੰਘਦਾ ਹੈ? ਕੀ ਦੇਸ਼ ਅਤੇ ਕੌਮਾਂ ਵੀ ਐਸੇ ਪੈਂਡੇ ਤੈਅ ਕਰ ਸਕਦੀਆਂ ਹਨ? ਦੱਖਣੀ ਅਫਰੀਕਾ ਦੀ ਮਿਸਾਲ ਸਾਡੇ ਸਾਹਮਣੇ ਹੈ, ਜਰਮਨੀ ਦੀ ਮਿਸਾਲ ਸਾਡੇ ਸਾਹਮਣੇ ਹੈ, ਜਿੱਥੇ ਯਹੂਦੀਆਂ ਉੱਤੇ ਅਸਹਿ ਤੇ ਅਕੈਹ ਜ਼ੁਲਮ ਹੋਏ ਅਤੇ ਜਿੱਥੇ ਦੇਸ਼ ਨੇ ਇਨਸਾਫ ਅਤੇ ਇਨਸਾਨੀਅਤ ਦੇ ਸ਼ੀਸ਼ੇ ਵਿੱਚ ਆਪਣਾ ਚਿਹਰਾ ਦੁਬਾਰਾ ਦੇਖਿਆ, ਸਬਕ ਸਿੱਖਿਆ। ਪਰ ਅਸੀਂ ਕਿਹੋ ਜਿਹਾ ਸਫ਼ਰ ਕਰ ਰਹੇ ਹਾਂ? ਅਸੀਂ ਮਤਲਬ ਹਿੰਦੁਸਤਾਨ ਅਤੇ ਅਸੀਂ ਮਤਲਬ ਪੰਜਾਬ ਅਤੇ ਸਾਡੀਆਂ ਰਾਜਸੀ ਪਾਰਟੀਆਂ, ਸਾਡਾ ਸਮਾਜ। ਇਸ ਸਭ ਬਾਰੇ ਚਰਚਾ ਕਰਨ ਲਈ ਅੱਜ ਸਾਡੇ ਨਾਲ ਜੁੜ ਰਹੇ ਨੇ ਪ੍ਰੋਫੈਸਰ ਅਪੂਰਵਾਨੰਦ ਜੀ। ਪ੍ਰੋਫੈਸਰ ਅਪੂਰਵਾਨੰਦ ਜੀ ਸਾਹਿਤ ਦੇ ਪ੍ਰੋਫੈਸਰ ਤਾਂ ਹਨ ਹੀ, ਇਹ ਹਿੰਦੁਸਤਾਨ ਦੀ ਰੂਹ ਦੇ ਪ੍ਰੋਫੈਸਰ ਹਨ। ਇਹ ਸਾਡੀ ਸੋਲ ਦੀ, ਸਾਡੀ ਆਤਮਾ ਦੀ ਆਵਾਜ਼ ਦੀ ਤਰਜਮਾਨੀ ਕਰਦੇ ਹਨ ਤੇ ਸਮੇਂ-ਸਮੇਂ ਸਾਨੂੰ ਯਾਦ ਦਿਲਾਉਂਦੇ ਹਨ ਕਿ ਸੱਚ ਕਿੱਥੇ ਖੜਾ ਹੈ, ਅਸੀਂ ਕਿੱਥੇ ਖੜੇ ਹਾਂ, ਨਿਆਂ ਤੇ ਹੱਕ ਦੀਆਂ ਲੜਾਈਆਂ ਕਿੱਥੇ ਖੜੀਆਂ ਨੇ ਅਤੇ ਹਾਕਮ ਕਿੱਥੇ ਖੜਾ। ਸਾਡੇ ਨਾਲ ਜੁੜ ਰਹੇ ਨੇ ਪ੍ਰੋਫੈਸਰ ਜਗਮੋਹਨ ਸਿੰਘ ਜੀ। ਸਰ ਜਗਮੋਹਨ ਸਿੰਘ ਜੀ ਵਰਲਡ ਸਿੱਖ ਨਿਊਜ਼ ਦੇ ਐਡੀਟਰ ਹਨ। ਕੈਪੀਟਲ ਪਨਿਸ਼ਮੈਂਟ ਦੇ ਅਗੇਂਸਟ, ਫਾਂਸੀ ਦੀ ਸਜ਼ਾ ਦੇ ਖਿਲਾਫ ਬੜੇ ਲੀਡਿੰਗ ਐਕਟਿਵਿਸਟ ਰਹੇ ਹਨ। ਜੇਲ੍ਹ ਵਿੱਚ ਜਾ ਕੇ ਇਹਨਾਂ ਨੇ ਉਸ ਵੇਲੇ ਪਿਰਾਰੀ ਵੈਲਨ ਨਾਲ, ਜਿਸ ਨੂੰ ਪਹਿਲਾਂ ਛੱਡ ਦਿੱਤਾ ਗਿਆ ਸੀ ਰਾਜੀਵ ਗਾਂਧੀ ਹੱਤਿਆ ਕੇਸ ਦੇ ਵਿੱਚ ਕੁਝ 6 ਮਹੀਨੇ ਪਹਿਲਾਂ, ਉਸ ਨਾਲ ਮੁਲਾਕਾਤ ਵੀ ਕੀਤੀ ਸੀ। ਵੈਲੋਰ ਵਿੱਚ ਜਾ ਕੇ ਤਾਮਿਲ ਲੋਕਾਂ ਨੂੰ ਇਕੱਠੇ ਕਰਨ ਦਾ ਯਤਨ ਕੀਤਾ ਸੀ ਕਿ ਉਹ ਕੈਪੀਟਲ ਪਨਿਸ਼ਮੈਂਟ ਦੇ ਅਗੇਂਸਟ ਆਉਣ ਅਤੇ ਇੱਕ ਵਾਰੀ ਇੰਦਰਾ ਗਾਂਧੀ ਦੇ ਕਤਲ ਦੀ ਸਾਜ਼ਿਸ਼ ਵਿੱਚ ਫੜੇ ਵੀ ਗਏ ਸਨ। ਕਈ ਮਹੀਨੇ ਜੇਲ੍ਹ ਵੀ ਦੇਖੀ। ਹਿੰਦੁਸਤਾਨੀ ਨਿਆਂ ਦਾ ਉਹ ਪੈਂਡਾ ਵੀ ਤੈਅ ਕੀਤਾ ਹੋਇਆ। ਸਾਡੀ ਕੋਸ਼ਿਸ਼ ਹੋਵੇਗੀ ਕਿ ਸਾਡੇ ਨਾਲ ਹੋਰ ਵੀ ਕੋ ਸੱਜਣ ਜੁੜਨ ਪ੍ਰੋਗਰਾਮ ਦੇ ਛੇਕੜਲੇ ਹਿੱਸੇ ਦੇ ਵਿੱਚ, ਜਿਹੜੇ ਆਪਣੀ ਉਹ ਖਤਾ ਕਹਿ ਸਕਣ ਜਿਸ ਦੀ ਬਹੁਤ ਸਾਰਾ ਲੋਕ ਕੰਪੈਰੀਜ਼ਨ ਕਰ ਰਹੇ ਨੇ ਜੋ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਹੁਣ ਛੱਡਿਆ ਗਿਆ ਉਸ ਦੇ ਨਾਲ। पर प्रोफेसर अपूर्वानंद जी, इफ़ यू अलाउ मी टू कम टू यू फर्स्ट, ये जो सफ़र है किसी कोई इंडिविजुअल तो तय कर लेता होगा कि मेरे किसी जान पहचान वाले को किसी ने मर्डर कर दिया, देश के इतने बड़े नेता को मर्डर कर दिया, और फिर उनकी जो अहले खाना है सोनिया गांधी, वो जाके कहती हैं कि इनको फांसी ना दी जाए। इतने सालों के बाद उस औरत के दर्द को समझती हैं, उन हालात को समझती हैं जिसमें उन्होंने ये किया। हमने माफ़ करने की बहुत एग्जाम्पल्स रवांडा में देखी, साउथ अफ्रीका में देखी, परंतु क्या कलेक्टिव सफ़र भी ऐसा हो सकता है? हिंदुस्तान में हिंदुस्तानी समाज आज कैसा सफ़र कर रहा है, जहां हम तो लोगों को ये बता रहे हैं कि भाई जो हज़ारों साल पहले हुआ, जो सैकड़ों साल पहले हमारे साथ किया गया, उसका बदला लेना है और अभी ही इतिहास को दुरुस्त कर देना है। हम किस सफ़र पर हैं? नहीं, आप बिल्कुल सही सवाल कर रहे हैं और हमें कुछ उसूल अपने लिए तय करने होंगे। क्या हम वाकई जब यह कहते हैं कि जो सज़ा हम मुकर्रर करते हैं और कुछ लोगों को यह सज़ा देते हैं और फिर कुछ को नहीं देते हैं, इससे यह पता चलता है कि इंसाफ को लेकर हमारी समझ इससे तय हो रही है कि वह हमारे लोगों पर कैसा असर डाल रहा है। तो अगर बेअंत सिंह के कातिल को लेकर पंजाब की विधानसभा प्रस्ताव पारित करती है, इसका मतलब कि अगर सिख शामिल हो तो उसे माफ़ करना चाहिए क्योंकि वो सिख है। उसी तरह तमिलनाडु की विधानसभा यदि तमिलों के किसी इस तरह के हत्याकांड में शामिल होने पर
प्रस्ताव पारित करती है, इसका मतलब ये है कि वो तमिल हैं, इसलिए हम उनकी तरफ से बोल रहे हैं। जी इसका अर्थ यह है कि हमने इंसाफ का कोई उसूल तय नहीं किया है और अपने लिए भी जीने का कोई उसूल तय नहीं किया है कि हम किसी अपराध को किस तरह से देखते हैं, उस अपराध के साथ कैसे पेश आया जाए, अपराधियों के प्रति हमारा क्या नज़रिया हो, जो अभियुक्त हैं उनके प्रति हमारा क्या नज़रिया हो, जी इसको लेकर हमारे बीच कोई बहस ही नहीं चली है। हम या तो उसको भुला देते हैं अपराध करके और अपराधियों को अपने बीच इज्जत के साथ रहने देते हैं, जैसा आप 3-4 हज़ार सिखों के कातिलों की बात याद कीजिए। जी दिल्ली में वे बहुत इज्जतदार जिंदगी जी रहे हैं, भारत की दूसरी जगह भी जी रहे हैं, और उसी तरह बिल्किस बानो के जो गुनहगार हैं और बिल्किस बानो के साथ जो दर्जनों लोग मारे गए उनके गुनहगार हैं, उनको हमने माफ़ी दी ये कह के कि उनका आचरण अच्छा था। तो हम किन्हें माफ़ी देते हैं, किन्हें नहीं देते हैं, इसके बारे में हमने ईमानदारी से बात नहीं की है। इस पर इस मुल्क में एक चर्चा शुरू होना बहुत आवश्यक है। यह मैं इसलिए कह रहा हूँ कि सर्वोच्च न्यायालय अगर यह कहती है कि इसे तो हमेशा के लिए जेल में रहना चाहिए, लेकिन इसे रिहा कर देना चाहिए, हालांकि दोनों के अपराध एक ही हैं, तो इससे पता चलता है कि हमारे यहाँ इंसाफ भेदभाव पर आधारित है और बहुसंख्यकवादी नजरिए से किया जाता है। जी मैं जब इस देश ने अपनी आज़ादी की 50वीं वर्षगांठ मनाई थी तो पार्लियामेंट में आधी रात को मैं इसलिए सुनने चला गया था कि लता मंगेशकर स्वयं वहाँ पे गाएंगी सारे जहां से अच्छा, और जब वो गा रही थी पर्ची से पढ़ के तो मुझे लगा कि पर्ची से पढ़ के गा रही है इसीलिए सारे जहां से अच्छा लग रहा है, वरना उसी पार्लियामेंट में, क्योंकि वो 15 अगस्त 1997 की आधी रात थी और पहली बार मैं आधी रात को पार्लियामेंट में था एज ड्यूटी पर अपनी पीटीआई के नुमाइंदे के तौर पर, मैं ये सोच रहा था कि इसी पार्लियामेंट में आज से 1 साल पहले तक 1996 तक सज्जन कुमार और जगदीश टाटलर एज एमपीज बैठे हुए थे 1984 में, जिनका नाम आता है उन कत्लों में। मुश्किल यह है कि सोनिया गांधी जी ने और प्रियंका जी ने और इसी तरह से और लोगों ने जिन्होंने मुआफ़ किया, हम बाद में प्रोग्राम में बात करेंगे कि ललित माकन जी की बेटी अवंतिका ने कैसे रंजीत सिंह कुकी गिल के साथ एक संवाद रचाया, एक दुख साझा किया और फिर उनकी रिहाई के लिए कोशिश की और रिहा करवाया उनको। परंतु जब ये इश्माइती लेवल पे आती है, जब ये पार्टी के लेवल पे एक कन्वर्सेशन होनी होती है, तो कांग्रेस ने वो संवाद 1984 में अपने रोल के बारे में किस तरह से निभाया है, बाकी पॉलिटिकल पार्टीज ने किस तरह से निभाया है, पंजाब में भी एक बहुत काला दौर देखा। यहाँ पे दोनों बातें होती हैं, बहुत समय के बाद जाके किसी को मार दिया जाए तो ये भी लगता है कि अब कौम ने अपना बदला ले लिया है, अपना न्याय कर दिया है, और जो कौम के लोग बहुत समय से अपनी सजाएं, जो सजा याफ्ता थे, अपनी सजाएं भुगत कर अभी जेलों में बैठे हैं, तो उनकी रिहाई के लिए कौम डिमांड भी कर रही है कि अब इनको छोड़ा जाए। तो ये न्याय के लिए कौन सा वो सफर कैसे चुना जाए कि इतने सालों के बाद उसको मारना ये भी एक न्याय है, वो भी तो अपना क्लोजर ढूंढ रहा है, और जो कह रहा है कि छोड़ दीजिए मेरे बाप के कातिल को, वो भी अपना क्लोजर ढूंढ रहा है। ये तो बहुत असमंजस की स्थिति है, कोई मार के क्लोजर ढूंढ रहा है, कोई माफ करके। एक चीज जाती है, हाँ एक चीज जाती है जो सोनिया गांधी की है या प्रियंका गांधी की है जी, लेकिन उसके साथ हम याद रखें कि और भी कई लोग मारे गए थे, उनके परिवार के लोगों से पूछा नहीं गया जी, 15 लोग और सोनिया गांधी और प्रियंका गांधी की बात कर रहे हैं जी। और इसी से आपकी बात जुड़ती है कि हमने सामूहिक तौर पर, सामाजिक तौर पर कभी इस प्रश्न पर विचार नहीं किया है, और जब तक हम सामूहिक सामाजिक तौर पर विचार नहीं करेंगे कि अपने लिए क्लोजर खोजने का तरीका तो बदला है, लेकिन जब खुद हम गुनहगार हैं तो क्लोजर माफी है। इस तरह के विरोधात्मक रुख के साथ हम न्याय की कोई सर्वमान्य परिभाषा भी नहीं कर पाएंगे और इस समाज में न्याय का कोई बोध भी नहीं रहेगा, उसका कोई एहसास भी नहीं रहेगा। यह खतरा है। तो यह एक मौका है, ये बहुत ही पेचीदा मसला है और हम इस पर बहुत जल्दबाजी में बात ना करें, क्योंकि अभी मेरी दिलचस्पी यह देखने में भी है कि आज की प्रेस कॉन्फ्रेंस में खुद ये सारे लोग जो रिहा हुए हैं ये क्या कह रहे हैं इस पूरे प्रसंग के बारे में, और बाकी लोग क्या कह रहे हैं। अलग अलग लोगों का अलग अलग उनकी भूमिका हो सकती है।
उसी तरह बाकी राजनेता क्या कह रहे हैं या दूसरे लोग क्या कह रहे हैं, उसके बाद हम किसी नतीजे पर पहुंच पाएंगे। ਜੀ ਮੈਂ ਚਾਹੂੰਗਾ ਆਪ ਸੁਣੇ ਜ਼ਰਾ ਕਿ ਸਿੱਖ ਕਮਿਊਨਿਟੀ ਦਾ ਇਹਦੇ ਬਾਰੇ ਕੀ ਕਹਿਣਾ ਹੈ। ਐਂਡ ਫੋਰਚੂਨੇਟਲੀ ਸਾਡੇ ਨਾਲ ਕਮਲਜੀਤ ਸਿੰਘ ਜੀ ਵੀ ਜੁੜ ਗਏ ਨੇ। ਕਮਲਜੀਤ ਜੀ CPI ML ਦੇ ਰਿਪਰੈਜ਼ੈਂਟੇਟਿਵ ਨੇ, ਖੱਬੇ ਪੱਖੀ ਜਿਹੜੀ ਸੋਚ ਹੈ ਉਸ ਨੂੰ ਇੱਥੇ ਰਿਪਰੈਜ਼ੈਂਟ ਕਰਨਗੇ। ਔਰ ਖੱਬੇ ਪੱਖੀਆਂ ਦਾ ਤੇ ਬਹੁਤ ਜ਼ਿਆਦਾ ਇੱਕ ਕਲੇਮ ਵੀ ਹੈ ਨਾ ਮਨੁੱਖੀ ਅਧਿਕਾਰਾਂ ਦੀ ਲੜਾਈ ਦੇ ਪ੍ਰਤੀ। ਅਕਾਲੀ ਦਲ ਦੇ ਵਿੱਚੋਂ ਇਹ ਰਿਐਕਸ਼ਨ ਆਇਆ ਔਰ ਇਹ ਪੰਜਾਬ ਦੇ ਵਿੱਚ ਲਾਰਜਲੀ ਇਹ ਰਿਐਕਸ਼ਨ ਹੈ ਕਿ ਜੇ ਉਹਨਾਂ ਨੂੰ ਛੱਡਿਆ ਜਾ ਸਕਦਾ ਹੈ ਤਾਂ ਬੰਦੀ ਸਿੰਘ ਬੜੇ ਲੰਬੇ ਸਮੇਂ ਤੋਂ ਬੈਠੇ ਨੇ, ਉਹਨਾਂ ਨੂੰ ਫਿਰ ਕਿਉਂ ਨਹੀਂ ਛੱਡਿਆ ਜਾ ਰਿਹਾ? ਕੀ ਇਹਦੇ ਨਾਲ ਇੱਕ ਪਾਥ ਖੁੱਲਦਾ ਹੈ ਬੰਦੀ ਸਿੰਘਾਂ ਦੀ ਰਿਹਾਈ ਦਾ, ਜਿਹਦੀ ਬਹੁਤ ਸਮੇਂ ਤੋਂ ਡਿਮਾਂਡ ਉੱਠ ਰਹੀ ਹੈ? ਬਿਲਕੁਲ ਜੀ, ਸੁਪਰੀਮ ਕੋਰਟ ਨੇ ਜਿਹੜਾ ਫੈਸਲਾ ਕੀਤਾ ਅਸੀਂ ਉਸ ਨੂੰ ਵੈਲਕਮ ਕਰਨੇ ਆ ਜੀ। ਔਰ ਮੈਂ ਸਮਝਣਾ ਕਿ ਸਿੱਖ ਕੌਮ ਇਸ ਨੂੰ ਵੈਲਕਮ ਕਰਦੀ ਹੈ ਜੀ। ਜਿੱਥੇ ਉਹ ਤਮਿਲ ਲੋਕਾਂ ਦੀ ਇੱਛਾ ਸ਼ਕਤੀ ਦਾ, ਉਹਨਾਂ ਦੇ ਜਜ਼ਬਾਤਾਂ ਦੀ ਤਰਜਮਾਨੀ ਕੀਤੀ ਹੈ। ਪਹਿਲਾਂ ਤਮਿਲਨਾਡੂ ਪਰਸਨ ਜਿਹਦੇ ਤੋਂ ਮੈਂ ਸੁਣ ਰਿਹਾ ਕਿ ਵੈਲਕਮ ਕਰਦੀ ਹੈ, ਕਿਉਂਕਿ ਹੁਣ ਤੱਕ ਅਕਾਲੀ ਦਲ ਤੋਂ ਜੋ ਰਿਐਕਸ਼ਨ ਆਇਆ ਉਹਦੇ 'ਚ ਇਹ ਹੈ ਕਿ ਬੰਦੀ ਸਿੰਘਾਂ ਨੂੰ ਵੀ ਹੁਣ ਛੱਡਿਆ ਜਾਵੇ। SGPC ਦਾ ਵੀ ਇਹੀ ਰਿਐਕਸ਼ਨ ਹੈ, ਪਰ ਉਹਨਾਂ ਨੇ ਵੈਲਕਮ ਨਹੀਂ ਕੀਤਾ। ਵੈਲਕਮ ਕਰਦਿਆਂ ਮੈਂ ਨਹੀਂ ਸੁਣਿਆ ਕਿਸੇ ਉਹਨਾਂ ਨੇ ਵੈਲਕਮ ਨਹੀਂ ਕੀਤਾ। ਔਰ ਇਹੀ ਤਰਾਸਦੀ ਰਹੀ ਹੈ ਕਿ ਓਵਰ ਅ ਪੀਰੀਅਡ ਆਫ ਟਾਈਮ ਅਸੀਂ ਜਦੋਂ ਵੀ ਪੰਜਾਬ ਤੋਂ ਬਾਹਰ, ਕੌਮ ਤੋਂ ਬਾਹਰ ਇਹੋ ਜੀ ਕੋਈ ਡਿਵੈਲਪਮੈਂਟ ਦੇਖਨੇ ਆ ਤੇ ਸਾਡੀ ਕੌਮ ਦੇ ਜਿਹੜੇ ਨੁਮਾਇੰਦੇ ਨੇ ਉਹ ਖੁੱਲ੍ਹਦਿਲੀ ਨਹੀਂ ਦਿਖਾਉਂਦੇ। ਸਿਰਫ ਜਿਸ ਵੇਲੇ ਲੜਾਈ ਘਰ 'ਚ ਪਹੁੰਚਦੀ ਹੈ, ਹੁਣ ਅਸੀਂ ਕਿਉਂਕਿ ਬੰਦੀ ਸਿੰਘਾਂ ਦੀ ਮੂਵਮੈਂਟ ਚਲਾ ਰਹੇ ਹਾਂ ਤੇ ਸਾਨੂੰ ਇਹ ਚੀਜ਼ ਨਜ਼ਰ ਆ ਰਹੀ ਹੈ। ਸਾਨੂੰ ਇਹ ਨਹੀਂ ਨਜ਼ਰ ਆ ਰਿਹਾ ਕਿ ਤਮਿਲਨਾਡੂ ਦੇ ਲੋਕਾਂ ਨੇ ਇੱਕ ਕੰਸਿਸਟੈਂਟ ਕੈਂਪੇਨ ਚਲਾਇਆ ਜਿਹਦੇ ਕਰਕੇ ਜੈ ਲਲਿਤਾ। ਤੁਸੀਂ ਲਗਾਤਾਰ ਉਸ ਲੜਾਈ ਨਾਲ ਜੁੜੇ ਵੀ ਰਹੇ ਹੋ। ਮੈਂ ਜੁੜੇ ਵੀ ਪ੍ਰੈਰੀ ਵੈਲਨ ਹਰਾਂ ਨੂੰ ਜਾ ਕੇ ਵੈਲੋਰ ਜੇਲ੍ਹ ਦੇ ਵਿੱਚ ਮਿਲੇ ਹੋ। ਆਈ ਰਿਮੈਂਬਰ ਤੁਸੀਂ ਉਸ ਵੇਲੇ ਤਮਿਲਨਾਡੂ ਦੇ ਗਵਰਨਰ ਨੂੰ ਖਤ ਵੀ ਲਿਖਿਆ ਸੀ ਜਿਸ ਵੇਲੇ ਲੱਗਿਆ ਸੀ ਕਿ ਸ਼ਾਇਦ ਉਹ ਨਲਿਨੀ ਨੂੰ ਨਹੀਂ ਛੱਡ ਰਹੇ ਜਾਂ ਇਹਨਾਂ ਨੂੰ ਫਾਂਸੀ ਦੀ ਸਜ਼ਾ ਕਮਿਊਟ ਨਹੀਂ ਹੋ ਰਹੀ। ਮੈਂ ਚਿੱਠੀ ਗਵਰਨਰ ਨੂੰ ਨਹੀਂ, ਮੈਂ ਜਿਹੜਾ ਮੌਜੂਦਾ ਚੀਫ ਮਿਨਿਸਟਰ ਹੈਗੇ ਉਹਨਾਂ ਨੂੰ ਲਿਖੀ ਸੀ। ਅੱਛਾ ਜੀ। ਕਿ ਬਈ ਰਾਜਸਥਾਨ ਦੇ ਜਿਹੜਾ ਪੈਰੋਲ ਐਕਟ ਹੈਗਾ, ਰੂਲਸ ਐਂਡ ਰੈਗੂਲੇਸ਼ਨਸ ਨੇ, ਉਹਦੇ ਤਹਿਤ ਤੁਸੀਂ ਪਰਮਾਨੈਂਟ ਪੈਰੋਲ ਦੇ ਸਕਦੇ ਹੋ। ਸਿਰਫ ਤੇ ਸਿਰਫ ਰਾਜਸਥਾਨ ਦੇ ਵਿੱਚ ਇਹ ਐਕਟ ਹੈ, ਪੂਰੇ ਹਿੰਦੁਸਤਾਨ ਦੇ ਵਿੱਚੋਂ। ਤੇ ਮੈਂ ਉਹਨਾਂ ਨੂੰ ਖਤ ਲਿਖਿਆ, ਮੈਂ ਕਿਹਾ ਜੀ ਤੁਹਾਨੂੰ ਜੇ ਗਵਰਨਰ ਤੰਗ ਕਰਦਾ ਪਿਆ ਹੈ ਤੇ ਇਹ ਰੂਟ ਅਵੇਲੇਬਲ ਹੈ, ਤੁਸੀਂ ਪੈਰੋਲ ਦੇ ਦਿਓ। ਨਹੀਂ, ਇਹ ਖਤ ਇਹਨਾਂ ਨੂੰ ਵੀ ਲਿਖ ਦਿੰਦੇ, ਇਹ ਰੂਟ ਤੇ ਪੰਜਾਬ ਨੂੰ ਵੀ ਫਿਰ ਅਵੇਲੇਬਲ ਸੀਗਾ। ਹਾਂ, ਮੈਂ ਉਹਨਾਂ ਦੇ ਲਈ ਤੁਹਾਨੂੰ ਦੱਸਣਾ ਚਾਹਨਾ, ਤੁਸੀਂ ਇਹ ਗੱਲ ਕਹੀ ਹੈ ਤੇ ਵੀ ਹੈਵ ਲੌਸਟ ਸਰ ਅਪੂਰਵਾਨੰਦ ਜੀ, ਬਟ ਪਲੀਜ਼ ਕੰਟੀਨਿਊ ਜੀ। ਇਹਨਾਂ ਨੂੰ ਮੈਨੂੰ ਪਤਾ ਹੈ ਕਿ ਪੰਜਾਬ ਦੇ ਇੱਕ ਲੀਡਿੰਗ ਐਕਟਿਵਿਸਟ ਲਾਇਰ ਨੇ ਅਕਾਲੀ ਦਲ ਦੀ ਸਰਕਾਰ ਨੂੰ ਵੀ ਤੇ ਕਾਂਗਰਸ ਦੀ ਸਰਕਾਰ ਨੂੰ ਵੀ ਇਹ ਗੱਲ ਲੈ ਕੇ ਪਹੁੰਚ ਕੀਤੀ ਸੀ। ਦੋਨੋਂ ਸਰਕਾਰਾਂ ਨੇ ਇਹਨਾਂ ਨੂੰ ਕੈਬਨਿਟ ਲੈਵਲ ਤੱਕ ਕੰਸੀਡਰ ਕੀਤਾ ਤੇ ਬਾਅਦ ਵਿੱਚ ਕੋਅਲੀਸ਼ਨ ਪੋਲਿਟਿਕਸ ਦੇ ਪ੍ਰੈਸ਼ਰ ਤਹਿਤ ਉਹ ਪਿੱਛੇ ਹਟ ਗਏ। ਮੈਂ ਕੁੜੱਤਣ ਵਾਲੇ ਮਾਮਲੇ ਦੇ ਉੱਤੇ ਕਮਲਜੀਤ ਜੀ ਤੁਹਾਡੇ ਤੋਂ ਸਵਾਲ ਪੁੱਛਣਾ ਚਾਹੁੰਦਾ। ਮੈਨੂੰ ਇਹ ਦੱਸੋ ਕਿ ਕਿਉਂਕਿ ਲਾਰਜਲੀ ਕਲੋਜ਼ਰ ਦੀ ਗੱਲ ਹੋ ਰਹੀ ਹੈ ਤੇ ਮੈਂ ਕੁੱਕੀ ਜੀ ਨਾਲ ਵੀ ਇਹਦੇ ਬਾਰੇ ਗੱਲ ਕਰਨੀ ਚਾਹਾਂਗਾ। ਆਪਣੇ ਤਰੀਕੇ ਨਾਲ ਕਲੋਜ਼ਰ ਲੱਭਿਆ ਯੂਰਪ ਦਾ। ਮੈਂ ਹੁਣ ਦੇਖ ਰਿਹਾ ਸੀ ਆਰਮਿਸਟਿਸ ਡੇ ਹੈ ਤੇ ਯੂਰਪ ਦੇ ਵਿੱਚ ਸਿੱਖ ਜਿਹੜੇ ਨੇ ਉਹ ਆਰਮਿਸਟਿਸ ਡੇ ਮਨਾ ਰਹੇ ਨੇ। ਇਹ ਰਿਮੈਂਬਰੈਂਸ ਡੇ ਹੈ। ਬੇਸਿਕਲੀ ਪਹਿਲੀ ਵਰਲਡ ਵਾਰ ਜਦੋਂ ਖਤਮ ਹੋਈ ਤਾਂ ਐਲਾਈਜ਼ ਨੇ ਜਰਮਨੀ ਨਾਲ ਸੰਧੀ ਸਾਈਨ ਕੀਤੀ। ਇਹਨੂੰ ਰਿਮੈਂਬਰੈਂਸ ਡੇ ਤਾਂ ਮਨਾਇਆ ਜਾਂਦਾ ਸੀ ਕਿ ਸਾਨੂੰ ਹਮੇਸ਼ਾ ਯਾਦ ਰਹੇ ਕਿ ਅਸੀਂ ਕੀ ਕਰ ਰਹੇ ਸੀ। ਸੈਕਿੰਡ ਵਰਲਡ ਵਾਰ ਤੋਂ ਬਾਅਦ ਜਿਸ ਤਰੀਕੇ ਨਾਲ ਜਰਮਨੀ ਨੇ ਆਪਣੇ ਕੀਤੇ ਗੁਨਾਹਾਂ ਨੂੰ ਯਾਦ ਰੱਖਿਆ, ਉਹਨਾਂ ਨੇ ਕਿਹਾ ਇਹ 95 ਦੇ ਵਿੱਚ ਜਿਸ ਵੇਲੇ ਰੀਯੂਨੀਫਿਕੇਸ਼ਨ ਹੋਈ ਹੈ ਤਾਂ ਕੋਈ ਗ੍ਰਾਫਿਟੀ ਉਹਦੇ ਬਾਹਰ ਬਣਾਈ ਜਾ ਰਹੀ ਸੀ ਜਰਮਨ ਪਾਰਲੀਮੈਂਟ ਦੀ ਬਿਲਡਿੰਗ ਦੇ। ਵਾਟ ਇਜ਼ ਇਟ ਕਾਲਡ ਇਨ ਜਰਮਨ, ਜਿਹੜੀ ਜਰਮਨ ਪਾਰਲੀਮੈਂਟ ਦੀ ਬਿਲਡਿੰਗ ਹੈ? ਬੁੰਡਸਟੈਗ ਵਿਦਿਨ ਦਾ ਰਾਈਖਸਟੈਗ ਉਹਨਾਂ ਦੀ ਕੈਪੀਟਲ ਹੈ, ਇੱਕ ਤਰੀਕੇ ਨਾਲ ਰਾਈਸੇਨਾਈਲ ਹੈ। ਉਹਨਾਂ ਨੇ ਕਿਹਾ ਕਿ ਇਹ ਬਾਹਰ ਕਿਉਂ ਬਣਾ ਰਹੇ ਹੋ, ਇਹ ਗੁਨਾਹ ਤੇ ਅਸੀਂ ਕੀਤੇ ਨੇ, ਇਹ ਕਾਰੇ ਤੇ ਅਸੀਂ ਕੀਤੇ ਨੇ, ਇਹ ਕੰਧਾਂ ਦੇ ਉੱਤੇ ਅੰਦਰ ਦਿਖਾਈ ਦੇਣੇ ਚਾਹੀਦੇ ਨੇ ਤਾਂ ਕਿ ਕਾਨੂੰਨ ਬਣਾਉਣ ਵਾਲਿਆਂ ਨੂੰ ਹਮੇਸ਼ਾ ਦਿਖਾਈ ਦੇਵੇ ਕਿ ਅਸੀਂ ਇਹ ਗੁਨਾਹ ਕੀਤੇ ਨੇ, ਅਸੀਂ ਯਹੂਦੀਆਂ ਦੇ ਉੱਤੇ ਅਸਹਿ ਤੇ ਅਕਹਿ ਜ਼ੁਲਮ ਕੀਤੇ ਨੇ। ਦਿਸ ਇਜ਼ ਦਾ ਡਿਸਟੈਂਸ। ਤੁਸੀਂ ਇਸ ਜਰਨੀ ਟਰੈਵਲ ਕਰਦੇ ਹੋ। ਅਸੀਂ ਨਵੰਬਰ ਤੋਂ ਲੈ ਕੇ ਆਪਰੇਸ਼ਨ ਬਲੂ ਸਟਾਰ ਤੋਂ ਲੈ ਕੇ 84 ਤੋਂ ਲੈ ਕੇ ਹੋਰ ਅਨੇਕਾਂ ਕਤਲ ਨੇ, ਨਕਸਲਾਈਟ ਐਕਟਿਵਿਸਟ ਜਿਸ ਤਰੀਕੇ ਨਾਲ ਕਤਲ ਹੁੰਦੇ ਰਹੇ ਨੇ, ਤੇ ਫਿਰ 2002 ਦੇ 93 ਦੇ ਕੋਈ ਵੀ ਦੰਗਾ ਅਸੀਂ ਨਾ ਭੁੱਲੀਏ। ਇਹਨਾਂ ਸਾਰੇ ਸਫਰਾਂ ਤੋਂ ਬਾਅਦ ਇੱਕ ਇੰਟਰਨਲ ਕਨਵਰਸੇਸ਼ਨ ਹਿੰਦੁਸਤਾਨ ਕਿਉਂ ਨਹੀਂ ਕਰ ਪਾਇਆ? ਮੈਨੂੰ ਲੱਗਦਾ ਕਿ ਨਿਆਂ, ਇਨਸਾਫ, ਜਸਟਿਸ ਇਹ ਉਹ ਸ਼ਬਦ ਨੇ ਜਿਨ੍ਹਾਂ ਦੇ ਉੱਤੇ ਸਾਡੀ ਪੂਰੀ ਕੌਮ ਨੂੰ, ਸਾਡੇ ਪੂਰੀ ਸਿਟੀਜ਼ਨਰੀ ਨੂੰ, ਸਾਡੇ ਪੂਰੇ
ਪੋਲੀਟੀਕਲ ਸਿਸਟਮ ਨੂੰ, ਇਹ ਸਾਰੇ ਨੂੰ ਹੀ ਡਿਬੇਟ ਹੁਣ ਕਰਨ ਦੀ ਲੋੜ ਹੈ। ਉਹ ਜੇ ਉਹ ਇੰਸਟੀਟਿਊਸ਼ਨ ਫੇਲ ਹੁੰਦੇ ਨੇ ਜਦੋਂ, ਤਾਂ ਲੋਕ ਆਪਣੇ ਆਪਣੇ ਤਰੀਕੇ ਨਾਲ ਫਿਰ ਕਲੋਜ਼ਰ ਭਾਲਦੇ ਨੇ। ਉਹ ਕਲੋਜ਼ਰਸ ਹੁੰਦੇ ਨੇ, ਉਹ ਸਮਾਲ ਦਾਇਰੇ ਦੇ ਕਲੋਜ਼ਰਸ ਹੁੰਦੇ ਨੇ, ਤੇ ਉਹ ਫਿਰ ਕਿਸੇ ਕ੍ਰਾਈਮ ਦੇ ਉਹਦੇ ਲਿਸਟ ਦੇ ਵਿੱਚ ਵੀ ਬਣ ਜਾਂਦੇ ਨੇ, ਆ ਜਾਂਦੇ ਨੇ। ਤੇ ਜਦੋਂ ਸਰਕਾਰਾਂ ਉਹ ਕਰ ਰਹੀਆਂ ਹੁੰਦੀਆਂ ਨੇ ਤਾਂ ਲਾਜ਼ਮੀ ਆ ਵੀ ਉਹ ਫੇਕ ਇਨਕਾਊਂਟਰਸ ਦੇ ਨਾਲ ਦਬਾ ਰਹੀਆਂ ਹੁੰਦੀਆਂ ਨੇ ਤੇ ਮਿਲਟਰੀ ਪਾਵਰ ਦੇ ਨਾਲ ਦਬਾ ਰਹੀਆਂ ਹੁੰਦੀਆਂ ਨੇ। ਤਾਂ ਮੈਂ ਇਹ ਸਮਝਦਾ ਕਿ ਜਿਹੜਾ ਅਸਲ ਦੇ ਵਿੱਚ ਕੁਐਸਚਨ ਆਫ ਜਸਟਿਸ ਜਾਂ ਨਿਆਂ ਹੈ ਨਾ, ਉਹਦੇ ਉੱਤੇ ਇੱਕ ਲਾਰਜ ਡਿਬੇਟ ਜਿਹੜੀ ਹੈਗੀ ਹੈ ਸੋਸਾਇਟੀ ਚੱਲਣੀ ਚਾਹੀਦੀ ਹੈ। ਤੇ ਸਾਡੇ ਇੰਸਟੀਟਿਊਸ਼ਨਸ ਨੂੰ ਜਿਹੜੇ ਉਹਦੇ ਵਾਸਤੇ ਡੈਜ਼ਿਗਨੇਟਿਡ ਨੇ, ਸਾਡੀਆਂ ਕੋਰਟਸ ਨੇ, ਸਾਡੀਆਂ ਐਗਜ਼ੀਕਿਊਸ਼ਨਰੀ ਪਾਵਰਸ ਨੇ ਜਿਨ੍ਹਾਂ ਕੋਲ, ਉਹਨਾਂ ਸਾਰਿਆਂ ਨੂੰ ਆਪਣੇ ਆਪਣੇ ਰੋਲ ਜਿਹੜੇ ਨੇ ਉਹ ਟਰਾਂਸਪੇਰੈਂਸੀ ਦੇ ਨਾਲ, ਲੋਕਾਂ ਦੇ ਪ੍ਰਤੀ ਜਵਾਬਦੇਹੀ ਦੇ ਨਾਲ ਕਰਨੇ ਚਾਹੀਦੇ ਨੇ। ਸਿਰਫ ਤੇ ਸਿਰਫ ਇਹੀ ਇਸ ਨੂੰ ਇਨਸ਼ੋਰ ਕਰ ਸਕਦਾ ਹੈ। ਤੁਸੀਂ ਕਹਿ ਰਹੇ ਹੋ ਕਿ ਇੰਸਟੀਟਿਊਸ਼ਨਲ ਲੈਵਲ ਦੇ ਉੱਤੇ ਗੱਲਬਾਤ ਹੋਣੀ ਚਾਹੀਦੀ ਹੈ। ਮੈਨੂੰ ਥੋੜਾ ਜਿਹਾ ਬ੍ਰੇਕ ਲਈ ਰੁਕਣਾ ਪੈ ਰਿਹਾ ਹੈ। ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ ਤੇ ਇਸ ਚਰਚਾ ਨੂੰ ਜਾਰੀ ਰੱਖਾਂਗੇ। I'm very happy to tell you, Arjun Sharon ji senior ਵਕੀਲ ਸਾਡੇ ਨਾਲ ਜੁੜ ਗਏ ਨੇ। ਅਰਜੁਨ ਸ਼ਰੋਨ ਜੀ ਪੀਪਲਜ਼ ਯੂਨੀਅਨ ਆਫ ਸਿਵਲ ਲਿਬਰਟੀਜ਼ ਦੇ ਨਾਲ ਜੁੜੇ ਹੋਏ ਨੇ, ਉਹਦੇ ਨੈਸ਼ਨਲ ਆਰਗੇਨਾਈਜ਼ਿੰਗ ਸੈਕਟਰੀ ਨੇ। PUCL ਤੇ PUDR ਉਹ ਅਦਾਰੇ ਨੇ ਜਿਨ੍ਹਾਂ ਦਾ ਨਵੰਬਰ 84 ਦੇ ਜਿਹੜੀਆਂ ਸਿੱਖ ਕਿਲਿੰਗਸ ਨੇ ਦਿੱਲੀ ਤੇ ਹੋਰਨਾਂ ਸ਼ਹਿਰਾਂ ਦੀਆਂ, ਉਹਦੇ ਵਿੱਚ ਨਿਆਂ ਦੀ ਲੜਾਈ ਦੇ ਵਿੱਚ ਵੀ ਇੱਕ ਬੜਾ ਮੇਜਰ ਹਿੱਸਾ ਰਿਹਾ। ਮੈਂ ਉਹਨਾਂ ਨਾਲ ਵੀ ਉਹਨਾਂ ਨੂੰ ਅਸੀਂ ਪ੍ਰੋਗਰਾਮ 'ਚ ਵੈਲਕਮ ਕਹਿੰਦੇ ਹਾਂ। ਅਰਜੁਨ ਜੀ, ਮੈਨੂੰ ਇਹ ਦੱਸੋ ਕਿ ਅਸੀਂ 1947 ਦੇਖਿਆ, ਮੈਨੂੰ ਇੱਕ ਗੱਲ ਹੋਰ ਪਤਾ ਕਿ ਸਿੱਖ ਕਮਿਊਨਿਟੀ ਇਤਿਹਾਸ ਦੇ ਵਿੱਚ ਕਿੱਥੋਂ ਚਲੀ ਆਈ। ਉਹ ਆਪਣੀ ਕਹਾਣੀ ਹਰ ਰੋਜ਼ ਆਪਣੇ ਇਕੱਲੇ ਬੱਚੇ ਨੂੰ ਦੱਸਦੀ ਹੈ, ਤੇ ਉਹਨੂੰ ਦੱਸਦੀ ਹੈ ਕਿ ਚਰਖੜੀਆਂ ਤੇ ਚੜੇ, ਬੰਦ ਕਟਵਾਏ ਗਏ, ਜਿਨ੍ਹਾਂ ਨੇ ਕਿਹੜੇ ਜ਼ੁਲਮ ਨਹੀਂ ਸਹੇ, ਉਹਨਾਂ ਦੀ ਯਾਦ ਵਿੱਚ ਵਾਹਿਗੁਰੂ ਕਹਿਣ ਦਾ ਮਤਲਬ ਹੁੰਦਾ ਹੈ ਕਿ ਸਾਡਾ ਕੋਈ ਬੱਚਾ ਕਦੀ ਨਾ ਭੁੱਲੇ, ਨੈਵਰ ਫੋਰਗੈਟ। ਅਤੇ ਜਿਸ ਕਮਿਊਨਿਟੀ ਨੇ ਉਹ ਜ਼ੁਲਮ ਕੀਤੇ ਸੀ, ਉਹ ਕਮਿਊਨਿਟੀ ਦੇ ਲੋਕ ਅੱਜ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਸੁਰੱਖਿਅਤ ਮਹਿਸੂਸ ਕਰਦੇ ਨੇ। ਕਦੀ ਮੁਸਲਿਮ ਭਾਈਚਾਰੇ ਦੇ ਨਾਲ ਕੋਈ ਐਨਿਮਿਟੀ ਨਹੀਂ ਦਿਖਾਈ ਦਿੰਦੀ, ਵਿਚ ਮੀਨਸ ਕਮਿਊਨਿਟੀ ਨੂੰ ਇਹ ਵੀ ਪਤਾ ਹੈ ਕਿ ਗੁਰੂ ਬਖਸ਼ਣਹਾਰ ਹੈ, ਤੇ ਇੱਕ ਪ੍ਰੋਸੈਸ ਜਿਹੜਾ ਉਹ ਚੱਲਦਾ ਹੈ ਕੰਟੈਸਟਡ ਸਪੇਸ ਦੇ ਵਿੱਚੋਂ, ਤੇ ਇੱਕ ਦੂਸਰੇ ਦੇ ਨਾਲ ਰਹਿਣਾ ਸਿੱਖਿਆ ਜਾਂਦਾ ਹੈ। 47 ਇਹਦੇ ਵਿੱਚ ਅਪਵਾਦ ਹੈ। ਮੈਨੂੰ ਇਹ ਦੱਸੋ ਕਿ ਕੀ ਇਹ ਅਜਬ ਗਜ਼ਬ ਤਰੀਕੇ ਦੇ ਨਾਲ ਸਿੱਖ ਕਮਿਊਨਿਟੀ ਨੇ ਇਹ ਸਫ਼ਰ ਤੈਅ ਕੀਤਾ ਕਲੋਜ਼ਰ ਦਾ, ਤੇ ਜਿਸ ਵੇਲੇ ਹੁਣ ਓਰਲ ਹਿਸਟਰੀਜ਼ ਰਿਕਾਰਡ ਹੋ ਰਹੀਆਂ ਨੇ ਤਾਂ ਉਦੋਂ ਪਤਾ ਲੱਗਦਾ ਕਿ ਇੰਸਟੀਟਿਊਸ਼ਨਲ ਲੈਵਲ ਦੇ ਉੱਤੇ ਤਾਂ ਅਸੀਂ ਉਹ ਗੱਲਬਾਤ ਨਹੀਂ ਕੀਤੀ ਅਸਲ ਵਿੱਚ ਕਲੋਜ਼ਰ ਪਾਲਣ ਵਾਲੀ। ਹਾਊ ਡੂ ਯੂ ਸੀ ਦਿਸ? देखिए एसपी जी, पंजाब एक पोस्ट कॉन्फ्लिक्ट सोसाइटी है, हम सब जानते हैं। और किसी भी पोस्ट कॉन्फ्लिक्ट सोसाइटी के अंदर आप जब तक इंस्टीट्यूशनली आप चीजों को रिजॉल्व नहीं करेंगे जी, जब तक आप न्याय नहीं और जस्टिस की बात नहीं करेंगे, तब तक शांति नहीं आ सकती। ये बात लोग कहते हैं जी मिट्टी पाओ, पर ये कभी बात नहीं होती कि न्याय के लिए या जो परपेट्रेटर्स थे जिन्होंने गलती की उनको पनिश किया जाए। और पनिशमेंट सिर्फ एक पार्ट होती है उसका। हमने साउथ अफ्रीका में देखा, ट्रूथ एंड रिकंसिलिएशन की बात हुई, ऐसा कोई एफर्ट हमारी सोसाइटी में नहीं हुआ। मैं तो कहूंगा कि हमारा एक जो ड्रग कल्चर आज बना है वो उसी पोस्ट कॉन्फ्लिक्ट सोसाइटी का एक सिम्टम है, उसकी वजह से हुआ है। अनफॉर्चुनेटली कई जो क्राइम्स हैं और कई जो करने वाले हैं, परपेट्रेटर्स हैं, वो आज भी हमारी सरकारों में हैं, पुलिस तंत्र में है, बाकी इकाइयों में है अनफॉर्चुनेटली। और उनके भी अब जाके केसेस खुलने शुरू हुए हैं, अब जाके कन्विक्शन होनी शुरू हुई है। फॉल्स इनकाउंटर के केसेस में आप देखिए 30-30 साल बाद कन्विक्शंस अब जाके आ रही हैं। दूसरा क्लोजर होता है जो इंडिविजुअल लेवल पे लोग करते हैं, चाहे वो सोनिया गांधी ने किया हो, चाहे और लोग माकन वाले केस में आप बात कर रहे हैं उनकी, वो शायद यहाँ पे भी हैं कुकील जी के साथ। जी अल्टीमेटली एज अ सोसाइटी हम कैसे इसको रिजॉल्व करेंगे? हम साउथ अफ्रीका की तरह वो कॉन्वर्सेशन कर पाएंगे? ਸਾਡੇ ਨਾਲ ਜੁੜ ਰਹੇ ਨੇ ਰਣਜੀਤ ਸਿੰਘ ਜੀ ਕੁਕੀਗਿੱਲ। ਰਣਜੀਤ ਸਿੰਘ ਜੀ ਕੁਕੀਗਿੱਲ ਨੂੰ ਕੌਣ ਨਹੀਂ ਜਾਣਦਾ, ਮੈਂ ਤਾਂ ਸਿਰਫ ਇੰਨਾ ਹੀ ਐਡ ਕਰਨਾ ਚਾਹ ਰਿਹਾ ਕਿ ਇਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਮੇਰੇ ਸੀਨੀਅਰ ਹਨ ਅਤੇ ਮੇਰੇ ਪ੍ਰੋਫੈਸਰ, ਵਾਈਸ ਚਾਂਸਲਰ ਔਰ ਅਤ ਸਤਿਕਾਰਿਤ ਮਰਹੂਮ ਡਾਕਟਰ ਖੇਮ ਸਿੰਘ ਜੀ ਦੇ ਸਪੁੱਤਰ ਹਨ। ਕੁਕੀਗਿੱਲ ਜੀ ਦੀ ਸਟੋਰੀ ਤੁਸੀਂ ਸਭ ਜਾਣਦੇ ਹੋ। ਇੱਕ ਪੜ੍ਹਿਆ ਲਿਖਿਆ ਇਨਸਾਨ ਬੜੇ ਇਲੀਟ ਪਰਿਵਾਰ ਚੋਂ ਆਉਂਦਾ ਤੇ ਉਹ ਦੇਖਦਾ ਕਿ 1984 ਦੇ ਵਿੱਚ ਇੱਕ ਕਮਿਊਨਿਟੀ ਦੇ ਨਾਲ ਕੀ ਹੋ ਰਿਹਾ ਹੈ, ਤੇ ਫਿਰ ਉਹ ਰਿਪੋਰਟ ਪੜ੍ਹਦਾ ਹੂ ਆਰ ਦਾ ਗਿਲਟੀ, ਤਾਂ ਇੱਕ ਨਾਮ ਉੱਭਰ ਕੇ ਆਉਂਦਾ ਜਿਹੜਾ ਨਾਮ ਟਾਈਟਲਰ ਤੋਂ ਵੀ ਪਹਿਲਾਂ ਉੱਥੇ ਲਿਖਿਆ ਹੋਇਆ, ਲਲਿਤ ਮਾਕਨ ਦਾ। ਜਿਸ ਤਰੀਕੇ ਦਾ ਉਸ ਵੇਲੇ ਇਨਸਾਫ ਸਮਝ ਆਉਂਦਾ ਕਿ ਕੀਤਾ ਜਾ ਸਕਦਾ, ਉਹ ਇਨਸਾਫ ਕੀਤਾ ਗਿਆ।
ਲਲਿਤ ਮਾਕਨ ਉਸ ਵਿੱਚ ਮਾਰੇ ਗਏ, ਸ਼ੂਟ ਆਊਟ ਦੇ ਵਿੱਚ ਉਹਨਾਂ ਦੀ ਪਤਨੀ ਵੀ ਨਾਲ ਮਾਰੀ ਗਈ। ਕੁਕੀ ਗਿੱਲ ਆਪਣੇ ਵਤਨ ਤੋਂ ਬਾਹਰ ਅਤੇ ਆਪਣੇ ਵਤਨ ਦੇ ਵਿੱਚ ਦਹਾਕੇ ਉਹਨਾਂ ਨੇ ਜੇਲ੍ਹ ਦੀਆਂ ਸਲਾਖਾਂ ਦੇ ਵਿੱਚ ਗੁਜ਼ਾਰੇ। ਅਤੇ ਫਿਰ ਇੱਕ ਦਿਨ ਉਸ ਦੌਰਾਨ ਉਸ ਮਾਰੇ ਜਾਣ ਵਾਲੇ ਪਤੀ ਪਤਨੀ ਦੀ ਬੇਟੀ ਦੇ ਨਾਨਾ ਜੀ ਹਿੰਦੁਸਤਾਨ ਦੇ ਰਾਸ਼ਟਰਪਤੀ ਬਣ ਜਾਂਦੇ ਨੇ ਤੇ ਬੇਟੀ ਰਾਸ਼ਟਰਪਤੀ ਭਵਨ ਦੀ ਨਿਵਾਸਣ। ਫਿਰ ਕਿਧਰੇ ਲੁਧਿਆਣੇ ਵਿੱਚ ਸੰਨ 2004 ਦੇ ਵਿੱਚ ਜਾ ਮੁਲਾਕਾਤ ਹੁੰਦੀ ਹੈ ਕੁਕੀ ਦੀ ਅਤੇ ਲਲਿਤ ਮਾਕਨ ਜੀ ਦੀ ਬੇਟੀ ਦੀ। ਦੁੱਖ ਸਾਂਝਾ ਹੁੰਦਾ ਹੈ, ਇੱਕ ਦੂਜੇ ਦੀਆਂ ਜ਼ਿੰਦਗੀਆਂ ਸਮਝ ਆਉਂਦੀਆਂ ਨੇ। ਕੋਈ ਘਰੋਂ ਇਹ ਕਾਰਾ ਕਰਨ ਕਿਉਂ ਤੁਰ ਪਿਆ ਇਹ ਸਮਝ ਆਉਂਦਾ ਹੈ ਤੇ ਉਸ ਦੀ ਜ਼ਿੰਦਗੀ ਫਿਰ ਕਿਵੇਂ ਬੀਤੀ ਹੋਏਗੀ ਬੇਟੀ ਦੀ, ਉਹਨਾਂ ਨੂੰ ਸਮਝ ਆਉਂਦਾ। ਉਸ ਬੇਟੀ ਨੇ, ਅਵੰਤਿਕਾ ਨੇ, ਫਿਰ ਕੁਕੀ ਗਿੱਲ ਹੋਰਾਂ ਬਾਰੇ ਕਿਹਾ ਕਿ ਇਹਨਾਂ ਨੂੰ ਛੱਡਿਆ ਜਾਵੇ। ਉਹਦੀ ਰਿਹਾਈ ਲਈ ਹਰ ਚਾਰਾਜੋਈ ਕੀਤੀ। ਕੁਕੀ ਗਿੱਲ ਬਾਹਰ ਆਏ ਔਰ ਦੁਨੀਆ ਨੇ ਕੁਕੀ ਗਿੱਲ ਹੋਰਾਂ ਦੇ ਘਰ ਹੀ ਅਵੰਤਿਕਾ ਤੇ ਉਹਦੇ ਪਰਿਵਾਰ ਨੂੰ ਇਕੱਠੇ ਬੈਠ ਕੇ ਖਾਣਾ ਖਾਂਦਿਆਂ, ਦੁੱਖ ਸਾਂਝਾ ਕਰਦਿਆਂ, ਵਤਨ ਤੇ ਕੌਮ ਦੇ ਸਫ਼ਰ ਬਾਰੇ ਗੱਲਾਂ ਕਰਦਿਆਂ ਵੀ ਦੇਖਿਆ। ਇਟਸ ਅ ਗ੍ਰੇਟ ਜਰਨੀ ਆਫ ਫਾਈਂਡਿੰਗ ਕਲੋਜ਼ਰ। ਕੁਕੀ ਗਿੱਲ ਜੀ, ਤੁਹਾਡੇ ਕਲੋਜ਼ਰ ਬਾਰੇ ਬਹੁਤ ਕੁਝ ਕਿਹਾ ਗਿਆ, ਸੁਣਿਆ ਗਿਆ। ਆਮੀਰ ਖਾਨ ਨੇ ਉਹਦੇ ਤੇ ਇੱਕ ਡਾਕੂਮੈਂਟਰੀ ਫਿਲਮ ਵੀ ਪ੍ਰੋਡਿਊਸ ਕਰ ਦਿੱਤੀ ਔਰ ਉਹ ਦੁਨੀਆ ਵਿੱਚ ਬੇਹੱਦ ਮਕਬੂਲ ਹੋਈ, ਰੂਬਰੂ ਰੋਸ਼ਨੀ ਦੇ ਨਾਮ ਦੇ ਨਾਲ। ਮੈਂ ਜੋ ਤੁਹਾਨੂੰ ਪੁੱਛਣਾ ਚਾਹੁੰਦਾ ਇਹ ਹੈ ਕਿ ਇਹ ਤਾਂ ਤੁਹਾਡਾ ਇੰਡੀਵਿਜੂਅਲ ਦਾ ਸਫ਼ਰ ਸੀ। ਜਿਵੇਂ ਰਾਜੀਵ ਗਾਂਧੀ ਦੇ ਕੇਸ ਦੇ ਵਿੱਚ ਪ੍ਰਿਯੰਕਾ ਗਾਂਧੀ ਨੇ ਜਾਂ ਸੋਨੀਆ ਗਾਂਧੀ ਨੇ ਇੱਕ ਸਫ਼ਰ ਕੀਤਾ ਹੋਵੇਗਾ ਕਿ ਇਨਸਾਫ ਕਿਸ ਨੂੰ ਕਹਿਣਾ ਹੈ, ਕੀ ਕੋਈ ਕੌਮ ਵੀ ਇਸੇ ਤਰੀਕੇ ਨਾਲ ਕੋਈ ਇੰਡੀਵਿਜੂਅਲ ਸਫ਼ਰ ਕਰ ਸਕਦੀ ਹੈ ਨਿਆਂ ਦਾ? ਕੀ ਕੋਈ ਦੇਸ਼ ਵੀ ਕਰ ਸਕਦਾ ਹੈ? ਅਸੀਂ ਸਾਊਥ ਅਫਰੀਕਾ ਨੂੰ ਦੇਖਿਆ ਕਿ ਅਪਾਰਥੀਡ ਤੋਂ ਬਾਅਦ ਉਹਨਾਂ ਨੇ ਇੱਕ ਸਫ਼ਰ ਤੈਅ ਕੀਤਾ, ਰਵਾਂਡਾ ਨੇ ਇੱਕ ਸਫ਼ਰ ਤੈਅ ਕੀਤਾ। ਕੀ ਹਿੰਦੁਸਤਾਨ ਦੇ ਸੰਬੰਧ ਦੇ ਵਿੱਚ ਤੇ ਸਿੱਖ ਕਮਿਊਨਿਟੀ ਦੇ ਸੰਬੰਧ ਦੇ ਵਿੱਚ ਵੀ ਅਸੀਂ ਕੋਈ ਅਜਿਹਾ ਸਫ਼ਰ ਸੋਚ ਸਕਦੇ ਹਾਂ? ਮਰਹਮ ਵੀ ਗਰ ਲਗਾਇਆ ਤਾਂ ਕਾਂਟੇ ਕੀ ਨੋਕ ਸੀ। ਜਦੋਂ ਮੈਂ ਅਵੰਤਿਕਾ ਮਾਕਨ ਨੂੰ ਮਿਲਿਆ ਪਹਿਲੀ ਵਾਰੀ ਜੀ, ਉਹਦੇ ਵਿੱਚ ਬਹੁਤ ਰਿਬਿਲੀਅਨ ਸੀਗੀ, ਬੜਾ ਉਹਦੇ ਕੋਲੇ ਸਵਾਲ ਸੀ, ਰੰਜਿਸ਼ ਸੀਗੀ। ਜਦੋਂ ਪਰ ਮੈਂ ਉਹਨੂੰ ਕਿਹਾ ਵੀ ਜੇ ਤਾਂ ਤੁਸੀਂ ਪਰਸਨਲ ਐਨਿਮਿਟੀ ਲੈ ਕੇ ਰੱਖਣਾ ਚਾਹੁੰਦੇ ਆ ਤਾਂ ਇਹ ਤੁਹਾਡੀ ਚੋਇਸ ਆ, ਪਰ ਮੇਰਾ ਜਿਹੜਾ ਤੁਹਾਡੇ ਨਾਲ ਕੋਈ ਪਰਸਨਲ ਕੋਈ ਵੈਰ ਵਿਰੋਧ ਨਹੀਂ ਸੀਗਾ। ਜਿਹੜੇ ਸਰਕਮਸਟੈਂਸਿਸ ਦੇ ਵਿੱਚ ਇੱਕ ਲਾਈਨ ਖਿੱਚੀ ਗਈ, ਇੱਕ ਪਾਸੇ ਦੂਜੇ ਕਾਂਗਰਸ ਪਾਰਟੀ ਖੜੀ ਸੀ, ਇੱਕ ਪਾਸੇ ਅਸੀਂ ਖੜੇ ਸੀ, ਤੇ ਜਿਹੜੇ ਚਿਹਰੇ ਉਸ ਟਾਈਮ ਤੇ ਅੱਗੇ ਲਿਆਂਦੇ ਗਏ ਕਾਂਗਰਸ ਪਾਰਟੀ ਵੱਲੋਂ, ਉਹਨਾਂ ਤੇ ਇਸ ਤਰ੍ਹਾਂ ਦੇ ਗੰਭੀਰ ਦੋਸ਼ ਲੱਗੇ ਆ ਤੇ ਇਹ ਰਿਪੋਰਟਸ ਉਦੋਂ ਪਬਲਿਸ਼ ਹੋਈਆਂ ਨੇ, ਜਿਵੇਂ ਹੂ ਆਰ ਦਾ ਗਿਲਟੀ ਆ ਜੀ, ਵੀ ਇਹ ਚੀਜ਼ ਤੁਸੀਂ ਪੜ੍ਹ ਲੈਣੀ ਚਾਹੀਦੀ। ਅਵੰਤਿਕਾ ਨੂੰ ਮੈਂ ਦੱਸਿਆ, ਮੇਰਾ ਖਿਆਲ ਵਿਦਿਨ 10 ਮਿੰਟਸ ਸੀ ਉਹ ਕਾਫੀ ਹੱਦ ਤੱਕ ਮੇਰੇ ਨਾਲ ਕਨਵਿੰਸ ਹੋ ਗਈ ਸੀ। ਬੈਠੇ ਤਾਂ ਸੀ, ਉਸ ਤੋਂ ਬਾਅਦ ਵੀ ਲੰਮਾ ਚਿਰ ਅਸੀਂ ਇਕੱਠੇ ਬੈਠੇ ਰਹੇ ਹਾਂ, ਗੱਲਾਂ ਬਾਤਾਂ ਕੀਤੀਆਂ ਜੀ। ਹਿੰਦੁਸਤਾਨ ਦੇ ਵਿੱਚ ਮੇਰਾ ਖਿਆਲ 30,000 ਤੋਂ ਉੱਤੇ ਹੁਣ ਤੱਕ ਆਪਸੀ ਕਲੈਸ਼ ਹੋ ਚੁੱਕੇ ਆ ਕਮਿਊਨਿਟੀਜ਼ ਦੇ, ਜਿਹਦੇ ਵਿੱਚ ਜਿਹੜੀ ਮਾਈਨੋਰਿਟੀ ਕਮਿਊਨਿਟੀ ਆ ਹਮੇਸ਼ਾ ਸਫਰ ਰਹੀ ਆ, ਪਰ ਕਦੀ ਵੀ ਇਸ ਤਰ੍ਹਾਂ ਦਾ ਜਿਹੜੀ ਪੋਲੀਟੀਕਲ ਜਮਾਤ ਆ ਉਹਨਾਂ ਨੇ ਸੰਵਾਦ ਨਹੀਂ ਮੁੜ ਕੇ ਰਚਾਉਣਾ ਚਾਹਿਆ ਕਿ ਬਹਿ ਕੇ ਡਾਇਲੌਗ ਨਾਲ, ਜਿਵੇਂ ਯੂਰਪ ਨੇ ਆਫਟਰ ਵਰਲਡ ਵਾਰ ਸੈਕੰਡ ਜੀ, ਯੂਰਪ ਦੇ ਸਾਰੇ ਜਿਹੜੇ ਲੀਡਰ ਸੀ, ਨੋਨ ਫੇਸਿਸ ਸੀ, ਉਹਨਾਂ ਨੇ ਮਤਲਬ ਕਿ ਕੰਟੀਨਿਊਸ ਮੈਨੀ ਟਾਈਮਸ ਮੀਟਿੰਗਸ ਕੀਤੀਆਂ ਫੇਸ ਟੂ ਫੇਸ। ਬਿਲਕੁਲ, ਉਹਦੇ ਵਿੱਚ ਉਹਨਾਂ ਨੇ ਜਿਹੜੀਆਂ ਫਾਲਟ ਲਾਈਨਸ ਜੋ ਲੱਭੀਆਂ, ਤੇ ਅੱਜ ਤੁਸੀਂ ਦੇਖ ਲਓ ਯੂਕਰੇਨ ਦੀ ਵਾਰ ਨੂੰ ਛੱਡ ਦਿਓ, ਨਹੀਂ ਤਾਂ ਔਨ ਦੀ ਹੋਲ ਯੂਰਪ ਇੱਕ ਬਹੁਤ ਪੀਸਫੁਲ ਕੰਟੀਨੈਂਟ ਰਿਹਾ ਜੀ ਜੀ ਜੀ। ਉਹ ਇਸ ਕਰਕੇ ਰਿਹਾ ਕਿ ਉਹਨਾਂ ਨੇ ਸੰਵਾਦ ਰਚਾਇਆ, ਡਾਇਲੌਗ ਹੋਇਆ। ਉਹ ਡਾਇਲੌਗ ਦੇ ਵਿੱਚੋਂ ਜਿਹੜੇ ਜੋ ਵਿੱਚ ਉਹਨਾਂ ਦੀਆਂ ਕੁਝ ਖਾਮੀਆਂ ਸੀਗੀਆਂ, ਉਹਨਾਂ ਨੇ ਗੈਪਸ ਨੂੰ ਭਰਿਆ, ਤੇ ਅੱਜ ਆਪਾਂ ਦੇਖਦੇ ਹਾਂ ਕਿ ਦੁਨੀਆ ਲਈ ਉਹ ਐਗਜ਼ਾਮਪਲਸ ਆ। ਉੱਥੇ ਮਿਲੀਅਨਸ ਆਫ ਬੰਦੇ ਪੈਰਿਸ਼ ਹੋਏ ਨੇ ਯੂਰਪ ਦੇ ਵਿੱਚ ਜੀ, ਨਾਟ ਇਨ ਵਰਲਡ ਵਾਰ ਓਨਲੀ ਜੀ, ਬਟ ਜਲਦੀਆਂ ਇਹਨਾਂ ਦੀਆਂ ਰਿਲੀਜੀਅਸ ਵਾਰਸ ਚੱਲੀਆਂ ਨੇ, ਕ੍ਰਿਸਚੀਅਨਿਟੀ ਦੇ ਨਾਂ ਤੇ, ਧਰਮ ਦੇ ਨਾਂ ਤੇ ਉੱਥੇ ਬਹੁਤ ਵਿਵਾਦ ਰਿਹਾ, ਕ੍ਰੂਸੇਡਸ ਤੋਂ ਲੈ ਕੇ ਉੱਥੇ ਬਹੁਤ ਵੱਡੀਆਂ ਜੰਗਾਂ ਲੜੀਆਂ ਗਈਆਂ। ਪਰ ਅਲਟੀਮੇਟਲੀ ਹੁਣ ਤੁਸੀਂ ਜੇ ਉੱਥੋਂ ਦੇ ਲੋਕਾਂ ਵੱਲ ਦੇਖੋਗੇ, ਉਹਨਾਂ ਦੀ ਜਿਹੜੀ ਚਰਚ ਗੋਇੰਗ ਸੰਖਿਆ ਹੈਗੀ ਬਹੁਤ ਘਟ ਗਈ, ਲੋਕੀ ਮੂਵ ਆਨ ਕਰ ਗਏ ਧਰਮ ਤੋਂ। ਕੀ ਤੁਹਾਨੂੰ ਜਾਪਦਾ ਜਿਹੜਾ ਹੁਣ ਇਹ ਚੀਜ਼ਾਂ ਜਿਹੜੀਆਂ ਨੇ ਆਪਣੇ ਇੱਥੇ ਭਾਰਤ ਦੀ ਸਮਾਜ ਦੇ ਵਿੱਚੋਂ ਮਿਸਿੰਗ ਨੇ ਜੀ? ਬਿਲਕੁਲ, ਇੱਥੇ ਸਗੋਂ ਅੱਜ ਵੀ ਰਿਲੀਜੀਅਸ ਫਰਵਰ ਦੇ ਨਾਂ ਤੇ ਲੋਕਾਂ ਨੂੰ ਵੰਡਿਆ ਜਾ ਰਿਹਾ ਜੀ, ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਆਪਣੇ ਇੱਥੇ ਕਨਵਰਸ਼ਨਸ ਦੇ ਇਸ਼ੂ ਉਠਾਏ ਜਾ ਰਹੇ ਆ। ਮੋਤਬਰ ਜਿਹੜੇ ਸੱਜਣ ਨੇ ਸਮਾਜ ਦੇ, ਜਿਸ ਤਰ੍ਹਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ, ਉਹ ਕਨਵਰਸ਼ਨ ਦਾ ਰੌਲਾ ਪਾ ਰਿਹਾ
ਮੇਰਾ ਖਿਆਲ ਕਿਤੇ ਲੈਕ ਆਫ ਅੰਡਰਸਟੈਂਡਿੰਗ ਹੈ, ਬਿਲਕੁਲ, ਜਾਂ ਉਹ ਇਸ਼ੂਜ਼ ਨੂੰ ਚੰਗੀ ਤਰ੍ਹਾਂ ਪੜ੍ਹ ਨਹੀਂ ਰਹੇ और कम्युनिटीज ਦੇ ਵਿੱਚ ਇਸ डायलॉग time नहीं ਤੇ हो रहा। ਸਮਾਜ ਨੂੰ ਕੀ ਲੋੜ ਹੈ। अर्जुन जी, आपने रवांडा के बारे में बहुत पढ़ा है और मेरे पास प्रोफेसर जगमोहन सिंह जी हैं। प्रोफेसर साहब, ਤੁਸੀਂ ਰਵਾਂਡਾ ਬਾਰੇ ਬਹੁਤ ਪੜ੍ਹਿਆ ਹੈ ਤੇ ਰਵਾਂਡਾ ਦੇ ਵਿੱਚ 1994 ਦੇ ਵਿੱਚ, ਕਿਉਂਕਿ ਮੈਂ ਉਸ ਵੇਲੇ ਪ੍ਰੈਸ ਟਰਸਟ ਆਫ ਇੰਡੀਆ ਦੇ ਵਿੱਚ ਫੋਰਨ ਨਿਊਜ਼ ਫਲੋ ਨੂੰ ਡੀਲ ਕਰਦਾ ਸੀਗਾ, 10 ਲੱਖ ਲੋਕ, 1 ਮਿਲੀਅਨ ਲੋਕ 100 ਦਿਨਾਂ ਦੇ ਵਿੱਚ ਕਤਲ ਕੀਤੇ ਜਾਂਦੇ ਨੇ, ਕਿਉਂਕਿ ਇੱਕ ਮੈਜੋਰਿਟੀ ਨੂੰ ਇਹ ਜਚਾ ਦਿੱਤਾ ਜਾਂਦਾ ਹੈ ਕਿ ਇਹ ਮਾਈਨੋਰਿਟੀ ਤੋਂ ਦੇਸ਼ ਨੂੰ ਖਤਰਾ ਹੈ ਤੇ ਉਹ ਕਤਲ ਕਰਨ ਤੁਰ ਪੈਂਦੇ ਨੇ। ਉਹਨਾਂ ਨੂੰ ਉਹ ਕਾਕਰੋਚ, ਸਿਉਂਕ ਕੀ ਦੱਸਦੇ ਨੇ ਤੇ ਕਤਲ ਕਰਦੇ ਨੇ। 10 ਲੱਖ ਲੋਕ 100 ਦਿਨਾਂ ਵਿੱਚ ਕਤਲ ਕੀਤੇ ਜਾਂਦੇ ਨੇ। ਔਰ ਅਸੀਂ ਉਸ ਤੋਂ ਬਾਅਦ ਰਵਾਂਡਾ ਨੂੰ ਆਪਸ ਵਿੱਚ ਗੱਲਬਾਤ ਕਰਦਿਆਂ ਦੇਖਿਆ, ਅਸੀਂ ਉਹ ਰੀਕਨਸੀਲੀਏਸ਼ਨ ਦਾ ਪ੍ਰੋਜੈਕਟ ਦੇਖਿਆ। ਤੁਸੀਂ ਡਿਨਾਈ ਜ਼ੁਬੀਮਾਨਾ ਦੀ ਕਿਤਾਬ ਮੈਨੂੰ ਰਿਕਮੈਂਡ ਕਰਦੇ ਸੀ ਕਿ ਤੁਸੀਂ ਪੜ੍ਹੋ, ਫਰੋਮ ਰੈੱਡ ਅਰਥ ਰਵਾਂਡਨ ਸਟੋਰੀ, ਜਿਹੜੀ ਉਹਨਾਂ ਕਤਲਾਂ ਤੋਂ 25 ਸਾਲ ਤੋਂ ਬਾਅਦ ਐਗਜ਼ੈਕਟਲੀ ਉਹ ਕਿਤਾਬ ਆਈ ਹੈ, ਜਿੱਥੇ ਜਿਸ ਨੇ ਕਤਲ ਕੀਤੇ ਛੋਟੇ ਛੋਟੇ ਬੱਚੇ ਜਿਸ ਔਰਤ ਦੇ, ਉਹ ਜਾ ਕੇ ਉਹਦਾ ਬੇਟਾ ਬਣਦਾ। ਇੱਕ ਪੂਰੇ ਟਰੁੱਥ ਐਂਡ ਰੀਕਨਸੀਲੀਏਸ਼ਨ ਕਮਿਸ਼ਨ ਦੀ ਤਰਜ਼ ਦੇ ਉੱਤੇ ਉੱਥੇ ਵੀ ਟਰੁੱਥ ਕੋਰਟਸ ਬਣੀਆਂ। ਲੋਕਾਂ ਨੇ ਆ ਕੇ ਦੱਸਿਆ ਕਿ ਮੈਂ ਇਹ ਜੁਰਮ ਕੀਤੇ, ਦੂਸਰਿਆਂ ਨੇ ਆ ਕੇ ਦੱਸਿਆ ਕਿ ਸਾਡੇ ਤੇ ਇਹ ਜੁਰਮ ਹੋਏ। ਇਹ ਪ੍ਰੋਸੈਸ ਮੈਨੂੰ ਨਾ ਤਾਂ ਕਿਧਰੇ ਸਿੱਖ ਕਮਿਊਨਿਟੀ ਵਿੱਚ ਨਜ਼ਰ ਆ ਰਿਹਾ, ਨਾ ਮੈਨੂੰ ਹਿੰਦੁਸਤਾਨ ਦੇ ਵਿੱਚ ਨਜ਼ਰ ਆ ਰਿਹਾ, ਨਾ ਨਵੰਬਰ 84 ਦੇ ਸਿੱਖਾਂ ਦੇ ਕਾਤਲਾਂ ਬਾਰੇ ਕੋਈ ਪ੍ਰੋਸੈਸ ਨਜ਼ਰ ਆ ਰਿਹਾ। ਵਾਈ ਇਜ਼ ਦਿਸ ਸਿੰਪਲ ਹਿਊਮੈਨਿਸਟਿਕ ਮੈਜਰ ਮਿਸਿੰਗ? ਇਹ ਇਨਸਾਨੀਅਤ ਦਾ ਇੱਕ ਸਟੈਪ ਹੀ ਕਿਉਂ ਮਿਸਿੰਗ ਹੈ? ਇਹ ਬਹੁਤ ਕੰਟਰਡਿਕਸ਼ਨ ਹੈਗੀ ਏ। ਮੈਂ ਜਦੋਂ ਪੜ੍ਹਿਆ ਰਵਾਂਡਾ ਬਾਰੇ ਜੀ, ਤੇ ਮੈਨੂੰ ਆਪਣੇ ਆਪ ਤੇ ਬਹੁਤ ਗੁੱਸਾ ਔਰ ਤਕਲੀਫ ਹੋਈ ਕਿ 1994 ਵਿੱਚ ਜੀ ਇਹ ਵਾਪਰਿਆ ਜੀ। ਗੱਲ ਇਹ ਕਿ ਉਸ ਵੇਲੇ ਤੱਕ ਪੰਜਾਬ ਦੀਆਂ ਹਨੇਰੀਆਂ ਗਲੀਆਂ ਵਿੱਚ ਵੀ ਬਹੁਤ ਕੁਝ ਅਜਿਹਾ ਵਾਪਰ ਰਿਹਾ ਸੀ ਜਿਸ ਤੇ ਅਸੀਂ ਵੀ ਸ਼ਰਮਸਾਰ ਹੋਣੇ ਚਾਹੀਦੇ ਹਾਂ। ਤੇ ਮੈਨੂੰ ਨਹੀਂ ਪਤਾ ਕਿ ਰਵਾਂਡਾ ਦੇ ਵਿੱਚ 1994 ਵਿੱਚ 10 ਲੱਖ ਬੰਦਾ ਮਾਰਿਆ ਗਿਆ। ਮੈਨੂੰ ਆਈ ਫੈਲਟ ਇਸ ਤੋਂ ਵਿਰਵੇ ਰਹਿ ਗਏ। ਹਾਂ, ਸਾਨੂੰ ਪਤਾ ਹੀ ਨਹੀਂ। ਦੈਟਸ ਅ ਗ੍ਰੇਟ ਐਡਮਿਸ਼ਨ। ਅਸੀਂ ਅਖਬਾਰਾਂ ਦੀ ਪੜ੍ਹੀਆਂ, ਅਸੀਂ ਆਪਣੀ ਲੜਾਈ ਵਿੱਚ ਸੀ, ਜਾਂ ਵੈਸੇ ਵੀ ਅਸੀਂ ਅਵੇਸਲੇ ਸੀ। ਦੂਸਰਾ, ਅੱਜ ਵੀ ਜਦੋਂ ਤੁਸੀਂ ਉਸ ਨੂੰ ਪੜ੍ਹਦੇ ਹੋ, ਸਾਡੀ ਕੌਮ ਵਿੱਚ ਜਿਸ ਤਰ੍ਹਾਂ ਤੁਸੀਂ ਅਰਦਾਸ ਦਾ ਜ਼ਿਕਰ ਕੀਤਾ ਜੀ, ਅਸੀਂ ਬਖਸ਼ਣਹਾਰ ਹਾਂ। ਸਾਡਾ ਗੁਰੂ ਬਖਸ਼ਣਹਾਰ ਹੈ। 1984 ਅਨਫਰਗੇਟੇਬਲ, ਅਨਫਰਗਿਵੇਬਲ। ਮੈਂ ਪ੍ਰਪੋਜ਼ ਕੀਤਾ ਪਿਛਲੇ ਸਾਲ, ਮੈਂ ਕਿਹਾ ਜੀ ਇਟ ਕੈਨ ਬੀ ਅਨਫਰਗੇਟੇਬਲ ਬਟ ਇਟ ਇਜ਼ ਨਾਟ ਅਨਫਰਗਿਵੇਬਲ। ਇਟ ਕੈਨ ਬੀ, ਬਖਸ਼ਿਆ ਜਾ ਸਕਦਾ, ਇਹਨੇ ਕਤਲਾਂ ਨੂੰ ਬਖਸ਼ਿਆ ਜਾ ਸਕਦਾ, ਬਖਸ਼ਿਆ ਜਾ ਸਕਦਾ ਹੈ ਜੇ ਜਿਨ੍ਹਾਂ ਨੇ ਕੀਤਾ। ਅੱਜ ਰਾਹੁਲ ਗਾਂਧੀ ਖੜਾ ਹੋ ਕੇ ਕਵੇ ਕਿ ਬਈ ਮੇਰੇ ਪਿਓ ਨੇ ਕਿਹਾ ਸੀ ਬਈ ਜਦੋਂ ਦਰਖਤ ਹਿਲਦਾ ਤੇ ਉਹਨੇ ਉਹ ਕਵੇ ਕਿ ਬਈ ਮੇਰੇ ਪਿਓ ਨੇ ਗਲਤੀ ਕੀਤੀ ਹੈ, ਬਈ ਉਹਨੂੰ ਇਹ ਗੱਲ ਨਹੀਂ ਕਹਿਣੀ ਚਾਹੀਦੀ ਸੀ। ਸਾਡੀ ਕੌਮ ਉਹਨਾਂ ਤੱਕ ਸਾਡੀ ਸੀ, ਅਸੀਂ ਕਾਂਗਰਸ ਨੂੰ ਜਿਤਾ ਤੇ ਦਿੱਤਾ ਪੰਜਾਬ ਦੇ ਵਿੱਚ ਚੋਣਾਂ ਦੇ ਵਿੱਚ, ਪਰ ਅਸੀਂ ਉਹ ਡਾਇਲੌਗ ਨਹੀਂ ਸ਼ੁਰੂ ਕੀਤਾ ਉਹਨਾਂ ਦੇ ਨਾਲ। ਸੋ ਅਰਜੁਨ, ਹੇਅਰ ਇਜ਼ ਵਾਟ ਜੋ ਮੈਨੂੰ ਸਮਝ ਆਉਂਦਾ, ਜੋ ਪ੍ਰੋਫੈਸਰ ਜਗਮੋਹਨ ਸਿੰਘ ਜੀ ਕਹਿ ਰਹੇ ਨੇ ਕਿ ਰੀਕਨਸੀਲੀਏਸ਼ਨ ਦਾ ਪ੍ਰੋਸੈਸ ਸਟਾਰਟ ਹੁੰਦਾ ਹੈ ਐਡਮਿਸ਼ਨ ਦੇ ਨਾਲ, ਰਿਪੈਂਟੈਂਸ ਦੇ ਨਾਲ, ਅੰਡਰਸਟੈਂਡਿੰਗ ਦੇ ਨਾਲ, ਰੀਚਿੰਗ ਆਊਟ ਦੇ ਨਾਲ। ਕੀ ਇਹ ਪ੍ਰੋਸੈਸ ਸਟਾर्ट ਕਰਨ ਵਾਲੀਆਂ ਕੋਈ फोर्सेस ਇਹਦੀ ओनरशिप ले रही ने? एसपी जी, मुझे नहीं लगता, ना ये कानून के दायरे में ऐसी कोई फोर्सेस बनी है अब तक। और मुझे लगता है पीपल्स मूवमेंट ने भी कोशिश जरूर की, पंजाब में भी पीपल्स कोर्ट बने, पीपल्स कमीशन बनी थी आई थिंक 90s में, बट एज सच वो रिकंसिलिएशन रामनारायण कुमार जी वाली जी इंस्टीट्यूशनल लेवल पे जी, जैसे हमने साउथ अफ्रीका वगैरह में देखा, वो नहीं हुआ है। और अनफॉर्चुनेट बात ये, वो इसलिए भी नहीं होता क्योंकि हम जानते हैं कि जिस टाइम ट्रूथ एंड रिकंसिलिएशन होती है, सत्य की बात की जाती है और रिकंसिलिएशन की बात की जाती है, उस टाइम सवाल भी उठेंगे। और जो लोग पावर में होते हैं वो नहीं चाहते हैं कि सवाल उठे, वो नहीं चाहते हैं कि इस इश्यू पे आगे बढ़ा जाए। आयरलैंड में भी देखिए, आयरलैंड में कितनी देर तक स्ट्रगल चली है। आप बात पहले कर रहे थे कि देखिए कि पंजाब में 1947 हुआ पर अब हम साथ रह रहे हैं। देखिए, हम साथ नहीं रह रहे हैं। पंजाब ना केवल पोस्ट कॉन्फ्लिक्ट सोसाइटी है, मेरा मानना है पंजाब एक पोस्ट जिनोसाइडल सोसाइटी है। एक ऐसी सोसाइटी है जहां पर एक वहाँ पाकिस्तानी पंजाब में हिंदू और सिखों पर, यहाँ पर मुसलमानों को ऑलमोस्ट सबको खत्म कर दिया गया। तो इसलिए उस सोसाइटी में रहना और उस सोसाइटी के अंदर आगे बढ़ना, शांति और न्याय को बनाना एक लंबी प्रोसेस होनी चाहिए, जिसको पूरी तरह इग्नोर किया गया है। क्या इम्पैक्ट होगा लोगों के मानसिक। आई एग्री टू दैट। बिल्कुल, ਇਹ ਬਿਲਕੁਲ ਸਹੀ ਗੱਲ ਹੈ ਕਿ ਸਾਡੀ ਪੋਸਟ ਜੀਨੋਸਾਈਡਲ ਸੋਸਾਇਟੀ ਹੈ। ਦੈਟਸ ਵਾਈ ਵਿਲੀਅਮ ਡਾਲਰਿੰਪਲ ਦਿੱਲੀ ਨੂੰ ਸਿਟੀ ਆਫ ਜਿੰਸ ਕਹਿੰਦਾ। ਅਸੀਂ ਪੰਜਾਬ ਦੇ ਵਿੱਚ ਕੋਈ ਘਰ ਹੈ ਜਿਹਨੇ ਜਿਹੜਾ ਉਸ ਵਾਇਲੈਂਸ ਦਾ ਕਿਸੇ ਨਾ ਕਿਸੇ ਸਿੱਧੇ ਜਾਂ ਸਿੱਧੇ ਤਰੀਕੇ ਹਿੱਸਾ ਨਹੀਂ ਰਿਹਾ, ਜੋ 47 ਨੇ ਦੇਖੀ ਹੈ। ਐਸਪੀਜੀ ਇਸ ਤੋਂ ਆਪਾਂ ਅੱਗੇ ਚੱਲੀਏ, ਮੈਂ ਜਸਟ ਇੱਕ ਇੰਟਰਵੈਂਸ਼ਨ ਕਰਨਾ ਚਾਹ ਰਿਹਾ। ਉਹ ਇਹ ਕਿ ਜਦੋਂ ਅਸੀਂ ਇਹ ਕਹਿ ਰਹੇ ਹਾਂ ਕਿ ਰਿਮਿਸ਼ਨ,
ਬਖਸ਼ ਦੇਣਾ ਜਿਹੜਾ ਹੈਗਾ, ਮੈਂ ਇਹ ਚਾਹੁੰਦਾ ਕਿ ਆਪਾਂ ਥੋੜਾ ਜਿਹਾ ਇਸ ਗੱਲ ਨੂੰ ਅਨਪੈਕ ਕਰ ਦਈਏ। ਜਦੋਂ ਕਿਸੇ ਵਿਅਕਤੀ ਨੂੰ ਮਾਰਿਆ ਜਾ ਰਿਹਾ ਹੁੰਦਾ ਇੱਕ ਭੀੜ ਵੱਲੋਂ ਘੇਰ ਕੇ, ਨਾਲ ਦੀ ਨਾਲ ਇੱਕ ਪੂਰੀ ਕਮਿਊਨਿਟੀ ਨੂੰ, ਸਾਡੇ ਕੇਸ ਤਾਂ ਪੂਰੀ ਕੌਮ ਨੂੰ ਹੀ ਇਹ ਸਮਝਾ ਦਿੱਤਾ ਗਿਆ ਕਿ ਤੁਸੀਂ ਕੋਈ ਐਸਾ ਬੱਜਰ ਗੁਨਾਹ ਕਰ ਦਿੱਤਾ ਗਿਆ ਜਿਹਦੀ ਸਜ਼ਾ ਤੁਹਾਨੂੰ ਪੂਰੇ ਦੇਸ਼ ਦੀਆਂ ਟਾਇਰਾਂ ਪਾ ਕੇ ਸਾੜ ਕੇ ਦਿੱਤੀ ਜਾ ਰਹੀ ਹੈ ਦੇਸ਼ ਦੀਆਂ ਗਲੀਆਂ ਦੇ ਵਿੱਚ। ਸਾਨੂੰ ਉਸ ਬੱਜਰ ਗੁਨਾਹ ਨੂੰ ਪੂਰਾ ਦੇਸ਼, ਪੂਰੀ ਕਮਿਊਨਿਟੀ, ਪੂਰੀ ਦੁਨੀਆ ਦੇ ਵਿੱਚ ਸਾਹਮਣੇ ਪ੍ਰਦਰਸ਼ਿਤ ਕੀਤਾ ਜਾਣਾ ਕਿ ਇਹਨਾਂ ਦਾ ਕੋਈ ਕਸੂਰ ਨਹੀਂ ਸੀ, ਇਹ ਬੇਕਸੂਰ ਲੋਕ ਸੀ, ਇਹ ਬੇਕਸੂਰ ਮਾਰੇ ਗਏ। ਇਹ ਵੀ ਉਸੇ ਨਿਆਂ ਦਾ ਇੱਕ ਹਿੱਸਾ ਹੈ। ਕਨਸੀਲੀਏਸ਼ਨ ਤਾਂ ਸਟਾਰਟ ਹੋਏਗੀ ਨਾ, ਐਡਮਿਸ਼ਨ ਤੋਂ ਸਟਾਰਟ ਹੋਏਗੀ। ਹਾਂਜੀ, ਮੈਂ ਇਹ ਕਹਿਣਾ ਚਾਹੁੰਦਾ ਦੋਨਾਂ ਤਰ੍ਹਾਂ ਦੀ ਸਟਾਰਟ ਹੋਏਗੀ। ਬਿਲਕੁਲ, ਮੈਂ ਇਹ ਕਹਿਣਾ ਕਿ ਸਾਡੀ ਪੂਰੀ ਕਮਿਊਨਿਟੀ ਨੂੰ ਉਸ ਜਿਹੜੀ ਗੁਨਾਹ ਦਾ ਅਹਿਸਾਸ ਦੇ ਕੇ, ਬਲਕਿ ਮਾਰ ਹੀ ਦਿੱਤਾ ਗਿਆ, ਉਹਦੇ ਤੋਂ ਬਖਸ਼ਿਆ ਜਾਣਾ ਸਭ ਤੋਂ ਪਹਿਲਾਂ ਉੱਥੋਂ ਸਟਾਰਟ ਹੋਣਾ ਹੈ। ਉਹਦੇ ਤੋਂ ਬਖਸ਼ਣ ਹੋਣਾ ਤਾਂ ਹੋ ਸਕਦਾ ਕਮਿਊਨਿਟੀ ਉਹੀ ਆਪਣੇ ਗੁਰੂ ਦੀ ਰਜ਼ਾ ਦੇ ਵਿੱਚ ਚੱਲਦੇ ਹੋਏ ਬਾਕੀ ਗੱਲਾਂ ਵੀ ਬਖਸ਼ ਦੇਵੇ, ਲੇਕਿਨ ਪਹਿਲੀ ਗੱਲ ਇਹਨੂੰ ਬਖਸ਼ਿਆ ਜਾਣਾ ਜ਼ਰੂਰੀ ਹੈ। ਇਹ ਗੱਲ ਐਡ ਕਰਨੀ ਜ਼ਰੂਰੀ ਹੈ, ਖਾਸ ਕਰਕੇ ਕਿਉਂਕਿ ਆਪਾਂ ਰਾਜੀਵ ਗਾਂਧੀ ਕੇਸ ਦੀ ਗੱਲ ਕਰਦੇ ਪਏ ਹਾਂ। ਬਾਕੀ ਜਿਹੜੇ ਹੈਗੇ ਨੇ ਤਾਮਿਲ ਪ੍ਰਿਜ਼ਨਰਸ, ਉਹਨਾਂ ਨੇ ਕੀ ਕਿਹਾ ਪਤਾ ਨਹੀਂ, ਪਰ ਨਲਨੀ ਦਾ ਜੇਲ੍ਹ ਤੋਂ ਛੁੱਟਣ ਤੋਂ ਬਾਅਦ ਇਹ ਕਹਿਣਾ ਕਿ ਆਈ ਐਮ ਸੌਰੀ, ਵੀ ਆਰ ਸੌਰੀ, and she said this sorry to Raji to ਮਾਫੀਆਂ ਬੜਿਆਂ ਨੇ ਬੜਿਆਂ ਤੋਂ ਮੰਗਣੀਆਂ ਨੇ, ਔਰ ਦੋਹਾਂ ਧਿਰਾਂ ਪਾਸਿਓਂ ਕਨਫਲਿਕਟ ਬਹੁਤ ਸਾਰੀ ਸ਼ੁਰੂਆਤ ਹੈਗੀ ਇਹ ਰੀਕਨਸੀਲੀਏਸ਼ਨ ਦੀ। ਇਹ ਬਿਗਨਿੰਗ ਤਾਮਿਲ ਈਲਮ ਦਾ ਕਾਜ਼ ਕਿੱਥੇ ਜਾਏਗਾ, ਉਹ ਵੀ ਇਸ ਦੇ ਵਿੱਚੋਂ ਹੀ ਨਿਕਲਣਾ ਹੈ। ਬਿਲਕੁਲ, ਮੈਨੂੰ ਇੱਕ ਵਕਫੇ ਲਈ ਰੁਕਣਾ ਪੈ ਰਿਹਾ। ਵਿਲ ਜਸਟ ਬੀ ਬੈਕ ਆਫਟਰ ਦਿਸ ਬ੍ਰੇਕ। अर्जुन जी, ये बताइए, क्योंकि आप वकील हैं, तो मैं सिर्फ ये पूछना चाहता हूं कि वकालत ने ही कोई ऐसा रास्ता निकाला था, इस अदलिया के निज़ाम ने ही, कि बिल्किस बानो के जो रेपिस्ट्स हैं, जो मर्डरर्स हैं, उनको रिहा कर दिया जाए, और बाकायदा सेंट्रल गवर्नमेंट ने अपनी यस कही और उन लोगों को छोड़ दिया गया जिन्होंने बिल्किस बानो को रेप किया, बिल्किस बानो के सामने उसकी मां को रेप किया, उन दोनों के सामने उसकी 3 साल की बच्ची को ज़मीन पे मार मार के मार दिया, 13 और लोगों के कत्ल किए। बिल्किस बानो ने अपने एक एक रेपिस्ट को पहचाना और सभी 11 के नाम दिए। ये सभी कन्विक्ट हुए, ये उसके नेबर्स थे, उसके पड़ोसी थे। इन पड़ोसियों को उसी पड़ोस में रहने के लिए अब रिहा कर दिया गया है। दूसरी रिमिशन ये है जो तमिलनाडु में हुई है, जहां सेंटेंस रिमिट कर दिया गया और उनको छोड़ दिया गया है। ये रिमिशन वर्सेस रिमिशन है। कोई कहेगा कि भाई ऐसा क्या है, आपको एक रिमिशन आपको पसंद आ रही है, दूसरी पे आपको इतराज है। हाउ डू यू रिस्पॉन्ड टू दैट? एब्सोल्युटली, देखिए रिमिशन एक एज सच एक प्रोग्रेसिव मेजर है। प्रिंसिपली कोई भी रिमिशन के खिलाफ नहीं हो सकता। इसलिए बिल्किस बानो के केस में भी आज से शायद 15 साल बाद अगर बिल्किस बानो के जो परपेट्रेटर्स हैं, उनके फैमिली को मारने वाले लोग थे, 15 साल 20 साल बाद उनको कंसिडर किया जाता, फैक्ट्स ऐसे होते, हर चीज उनका कंडक्ट ऐसा होता। राजीव गांधी असैसिनेशन केस में आप हर कॉन्विक्ट की फाइल देखिए, उन्होंने मतलब जो 19 साल के भी थे, उन्होंने कितनी इंप्रूवमेंट की है, एजुकेट करने की कोशिश की है, अपने आप को रिफॉर्म किया है। क्या बिल्किस बानो वाले केस में ये सब फैक्ट थे? ऐसा कुछ भी नहीं, ऐसा कोई मटेरियल बेसिस था? तो ये रिमिशन की पावर मिसयूज नहीं हो। क्योंकि गिल जी ਜਿਹੜੀ ਇਹ ਹੁਣ ਰਿਹਾਈ ਹੋਈ ਹੈ ਰਾਜੀਵ ਗਾਂਧੀ ਦੇ ਦੋਸ਼ੀ ਕਤਲ ਦੇ ਦੋਸ਼ੀਆਂ ਦੀ, ਕੀ ਤੁਹਾਨੂੰ ਲੱਗਦਾ ਹੈ ਇਹ ਇੱਕ ਰਸਤਾ ਖੋਲਦੀ ਹੈ ਇੱਕ ਵਡੇਰੇ ਲੈਵਲ ਦੇ ਉੱਤੇ, ਇੱਕ ਤਾਂ ਪੋਲੀਟੀਕਲ ਜਿਹੜੇ ਕੈਦੀ ਨੇ ਉਹਨਾਂ ਦੀ ਰਿਹਾਈ ਬਾਰੇ, ਅਤੇ ਇੱਕ ਲਾਰਜਰ ਸਮਾਜ ਦੇ ਵਿੱਚ ਨੈਗੋਸ਼ੀਏਸ਼ਨ ਲਈ? ਜੇ ਰਾਜੀਵ ਗਾਂਧੀ ਦੇ ਜਿਨ੍ਹਾਂ ਤੇ ਕਨਵਿਕਸ਼ਨ ਹੋਈ ਸੀ ਕਤਲ ਦੀ, ਉਹਨਾਂ ਨੂੰ ਰਿਹਾ ਕੀਤਾ ਵਿਦ ਡਿਊ ਪ੍ਰੋਸੈਸ ਆਫ ਲਾਅ ਜੀ, ਉਹ ਤਾਂ ਪੋਸੀਬਲ ਹੋਇਆ ਕਿ ਉੱਥੋਂ ਤਾਮਿਲ ਲੋਕਾਂ ਨੇ ਉਹਨਾਂ ਨੂੰ ਅਸੈਪਟ ਕੀਤਾ, ਉਹਨਾਂ ਬੰਦਿਆਂ ਨੂੰ ਜੀ, ਉਹਨਾਂ ਦੇ ਨਾਲ ਖੜੇ ਆ ਜੀ, ਉਹਨਾਂ ਦੀਆਂ ਉੱਥੋਂ ਦੀਆਂ ਗਵਰਨਮੈਂਟਸ ਜੀ ਅਕ੍ਰੋਸ ਪਾਰਟੀ ਲਾਈਨਸ ਜੀ, ਜਿਹੜੇ ਹੋਰ ਵੀ ਸਪਲਿੰਟਰ ਉੱਥੇ ਤਾਮਿਲ ਪੋਲੀਟੀਕਲ ਪਾਰਟੀਆਂ ਨੇ, ਬਿਲਕੁਲ ਉਹਨਾਂ ਨੇ ਆਪਣੀ ਜਿਹੜੀ ਇੱਕ ਸਾਂਝੀ ਸੋਚ ਜੀ ਦਾ ਵੇਟ ਜਿਹੜਾ ਸੀ ਹਮਾਇਤ ਉਹਨਾਂ ਦੇ ਮਗਰ ਖੜੀ ਕੀਤੀ ਜੀ। ਯੂ ਸਾ ਦੈਟ, ਉਹਦੇ ਨਾਲ ਇਹ ਸੰਭਵ ਹੋਇਆ, ਐਂਡ ਯੂ ਸੀ ਦੈਟ ਪ੍ਰੋਸੈਸ ਮਿਸਿੰਗ ਇਨ ਪੰਜਾਬ, ਵਿੱਚੋਂ ਮਿਸਿੰਗ ਆ, ਪੰਜਾਬ ਦੇ ਵਿੱਚੋਂ ਮਿਸਿੰਗ ਆ। ਅਕਾਲੀ ਗਵਰਨਮੈਂਟਸ ਇੱਥੇ ਰਹੀਆਂ ਜੀ, ਇਹਨਾਂ ਨੇ ਉਹ ਇਸ਼ੂਜ਼ ਉਹਨਾਂ ਤੇ ਸੀਰੀਅਸਨੈਸ ਨਹੀਂ ਦਿਖਾਈ। ਇਹ ਜਿਹੜੀ ਪੋਲੀਟੀਕਲ ਵਿਲ ਸੀਗੀ ਪੋਲੀਟੀਕਲ ਕਲਾਸ ਦੀ, ਉਹ ਕਾਫੀ ਹੱਦ ਤੱਕ ਇੱਕ ਰੁਕਾਵਟ ਬਣੀ ਆ ਕਿ ਆਪਾਂ ਜਿਹੜਾ ਪੋਲੀਟੀਕਲ ਪ੍ਰਿਜ਼ਨਰਸ ਦਾ ਇਸ਼ੂ ਆ 1984 ਦੇ ਲਿੰਗਰਿੰਗ ਵੂੰਡਸ ਨੇ ਜੀ, ਉਹਨਾਂ ਨੂੰ ਆਪਾਂ ਕਿਸੇ ਵੀ ਤਨ ਪਤਨ ਤੇ ਨਹੀਂ ਲਾ ਸਕੇ।
ਅਰਜੁਨ ਜੀ, ਪਾਰਟੀਆਂ ਕਈ ਤਰੀਕੇ ਨਾਲ ਰਿਸਪੌਂਡ ਕਰ ਰਹੀਆਂ ਨੇ ਚੀਜ਼ ਨੂੰ। ਬੀਜੇਪੀ ਨੇ ਆਪਣੀ ਪਹਿਲੀ ਲਿਸਟ ਰਿਲੀਜ਼ ਕਰ ਦਿੱਤੀ ਹੈ ਗੁਜਰਾਤ ਦੀਆਂ ਚੋਣਾਂ ਲਈ, ਤੇ ਉਹਦੇ ਵਿੱਚ ਇੱਕ ਨਾਮ ਪਾਇਲ ਕੁਲਕਰਨੀ ਜੀ ਦਾ ਹੈ। ਬੜੇ ਪੜ੍ਹੇ ਲਿਖੇ ਹਨ, ਡਾਕਟਰ ਹਨ। ਇਹਨਾਂ ਦੇ ਪਿਤਾ ਜੀ ਮਨੋਜ ਕੁਲਕਰਨੀ ਜੀ ਉਹਨਾਂ ਲੋਕਾਂ ਵਿੱਚ ਸ਼ਾਮਲ ਸਨ ਜਿਹੜੇ ਗੁਜਰਾਤ ਦੇ ਦੰਗਿਆਂ ਦੇ ਵਿੱਚ ਸਭ ਤੋਂ ਵੱਡੇ ਮਾਸ ਮਰਡਰ ਲਈ ਰਿਸਪੌਂਸੀਬਲ ਸਨ। ਜਿਸ ਵੇਲੇ ਸੁਪਰੀਮ ਕੋਰਟ ਨੇ ਉਹਨਾਂ ਲੋਕਾਂ ਨੂੰ ਛੱਡ ਵੀ ਦਿੱਤਾ, 32 ਲੋਕਾਂ ਦੇ ਵਿੱਚੋਂ 14 ਨੂੰ ਛੱਡ ਵੀ ਦਿੱਤਾ, ਤਾਂ ਵੀ ਮਨੋਜ ਕੁਲਕਰਨੀ ਨੂੰ ਨਹੀਂ ਛੱਡਿਆ। ਇਹਨਾਂ ਨੂੰ ਉਮਰ ਕੈਦ ਦੀ ਸਜ਼ਾ ਮਿਲੀ ਹੈ। ਇਹ ਰੈਗੂਲਰ ਬੇਲ ਤੇ ਹਨ। ਉਸੇ ਕੇਸ ਦੇ ਵਿੱਚ ਜਿਹਦੇ ਵਿੱਚ ਮਾਇਆ ਕੋਡਨਾਨੀ ਜੀ ਨੂੰ ਛੱਡ ਦਿੱਤਾ ਗਿਆ ਸੀ, ਜਿਨ੍ਹਾਂ ਨੂੰ ਪਹਿਲਾਂ 28 ਸਾਲ ਲਈ ਜੇਲ੍ਹ ਭੇਜਿਆ ਗਿਆ ਸੀ, ਤੇ ਹੁਣ ਉਹਨਾਂ ਦੀ ਬੇਟੀ ਨੂੰ ਟਿਕਟ ਦਿੱਤੀ ਹੈ। ਤੇ ਮਨੋਜ ਕੁਲਕਰਨੀ ਜੀ ਆਪ, ਉਹਨਾਂ ਦੇ ਜਿਹੜੇ ਪਤਨੀ ਨੇ ਉਹ ਬੀਜੇਪੀ ਦੇ ਕਾਰਪੋਰੇਟਰ ਨੇ। ਖੁਸ਼ਖੁਸ਼ੀ ਮਾਂ-ਬਾਪ ਆਪਣੀ ਬੇਟੀ ਨੂੰ ਟਿਕਟ ਮਿਲਣ ਤੇ ਘਰ ਆਏ ਲੋਕਾਂ ਨੂੰ ਦੀਆਂ ਵਧਾਈਆਂ ਕਬੂਲ ਕਰ ਰਹੇ ਨੇ। ਇਹ ਭਾਜਪਾ ਵੱਲੋਂ ਇੱਕ ਸਟੇਟਮੈਂਟ ਜਾਰੀ ਨਹੀਂ ਕੀਤੀ ਜਾ ਰਹੀ ਕਿ ਅਸੀਂ ਗੁਜਰਾਤ ਦੇ ਵਿੱਚ ਇਸ ਕਨਵਰसेशन ਨੂੰ ਕਿਵੇਂ ਡੀल करना है? बिल्कुल, मैं आपकी बात पूरी मानता हूँ और मैंने खुद वो न्यूज रिपोर्ट देखी और आप जब वो विजुअल देखते हैं, हाँ, और ये तो अभी पहली बात है, इससे पहले जब वो कॉर्पोरेटर बनी होगी, और मैं आपको क्लैरिफाई कर दूं, अभी सिर्फ गुजरात हाई कोर्ट में कन्विक्शन अपहेल्ड किया, अभी सुप्रीम कोर्ट में केस चल रहा है। सुप्रीम कोर्ट में अपील पेंडिंग है जी। कि ये एक सिंबल है जो दिखाता है कि देखिए, आप जो मर्जी कर लें, हम तो यही करेंगे, हमारी यही पॉलिटिक्स है, हम इन्हीं लोगों को बढ़ावा देंगे। चाहे वो प्रज्ञा ठाकुर टेररिज्म की अक्यूज हो, उनको हम एमपी बनाएंगे, इतनी इम्पोर्टेंस देंगे, और वो बेल पे हो। हम चाहे इनको हम एमएलए बनाने की कोशिश करें, और ऐसे कई चेहरे हैं अगर लिस्ट बनाई जाए। और ये किसी भी तरह की रिकंसिलिएशन प्रोसेस के ऊपर एक बड़ा झटका होता है, क्योंकि जो विक्टिम होता है वो ये विजुअल्स देख के और ये डिसीजन देख के, वो क्या आपको लगता है उस सोसाइटी में कभी रेजोल्यूशन होगा? वो हो ही नहीं सकता, क्योंकि आप जानते हैं जो परपेट्रेटर है उसको बड़ी से बड़ी पोजीशन दी जाएगी, उसमें सोसाइटी में सम्मान दिया जाएगा, जेल से निकलने पे उनके गले पे हाथ पहनाए जाएंगे, उनको बड़े पद दिए जाएंगे, बड़ी रैलियां होंगी। और हमने यहाँ सिर्फ गुजरात में देखा, मुजफ्फरनगर के दंगों के बाद देखा, हमने मेवात में जो लोगों ने वहां पे काउ लिंचिंग और बाकी के नाम पे लोगों को मारा है, उन लोगों को कैसे भाजपा के लोगों ने ट्रीट किया, ये हमने कई एग्जाम्पल देखे। आप चिंता नहीं करिए, पायल कुलकर्नी जी ने अब कहा है कि जो उनसे पहले लोग रहे एमएलए वगैरह, वो सब उनकी मदद करेंगे और उनके एक्सपीरियंस से उनको फायदा मिलेगा। तो उन एक्सपीरियंसेस में माया कोडनानी जी का भी एक्सपीरियंस है, वो भी वहीं से एमएलए रही हैं, खुदा खैर करे। एक टॉपिकल सवाल तो क्विकली मैं पूछना चाह रहा कमलजीत जी कि कांग्रेस ने जी हुण पोजीशन ली है कि सानू मंजूर नहीं है, इस कांग्रेस मिसिंग अ ग्रेट चांस की कांग्रेस क्यों ये अफोर्ड नहीं कर रही कि ਅਸੀਂ ਬਹੁਤ ਵੱਡਾ ਇੱਕ ਹਿਊਮੈਨਿਸਟਿਕ ਸਟੈਪ ਲਿਆ, ਇਸ ਨੂੰ ਮੈਚ ਕਰਕੇ ਦਿਖਾਓ ਕਿ ਨਿਆਂ ਕਿਵੇਂ ਹੁੰਦਾ, ਤੇ ਕਾਂਗਰਸ ਇਹ ਕਹੇ ਕਿ ਇਹਦੇ ਤੇ ਅਸੀਂ ਸਗੋਂ ਹੋਰ ਅੱਗੇ ਚੱਲਣਾ ਹੈ। ਅਜੇ ਅਸੀਂ ਬਹੁਤ ਸਾਰੀਆਂ ਕਮਿਊਨਿਟੀਜ਼ ਨਾਲ ਗੱਲ ਕਰਨੀ ਹੈ, ਅਸੀਂ ਗੁਜਰਾਤ ਵਾਲਿਆਂ ਨਾਲ ਗੱਲ ਕਰਨੀ ਹੈ ਕਿ ਕਿਉਂ ਤੁਹਾਡੇ ਲਈ ਖੜੇ ਨਹੀਂ ਹੋ ਪਾਏ ਜੇ ਉੱਥੇ ਚੋਣਾਂ ਹੋ ਰਹੀਆਂ ਨੇ, ਸਾਡੇ ਮੈਨੀਫੈਸਟੋ 'ਚ ਉੱਥੇ ਗੱਲ ਕਿਉਂ ਨਹੀਂ ਆ ਰਹੀ। ਅਸੀਂ ਸਿੱਖਾਂ ਨਾਲ ਗੱਲ ਕਰਨੀ ਹੈ ਕਿ ਅਸੀਂ ਇੱਥੇ ਪੰਜਾਬ ਦੇ ਨਾਲ ਪਿਛਲੇ 75 ਸਾਲਾਂ ਵਿੱਚ ਕਿਵੇਂ ਡੀਲ ਕੀਤਾ ਹੈ। ਕਾਂਗਰਸ ਪਾਰਟੀ ਨੇ ਜੇ ਆਪਣੇ ਆਪ ਨੂੰ ਵੀ ਕਈ ਸਵਾਲ ਪੁੱਛਣੇ ਨੇ, ਔਰ ਫਿਰ ਉਹਦੇ ਕੋਲੋਂ ਕੁਵਤ ਵੀ ਹੈਗੀ ਕਿ ਉਹ ਕਮਿਊਨਿਟੀ ਤੋਂ ਵੀ ਸਵਾਲ ਪੁੱਛ ਸਕੇ। ਮੈਂ ਇਹਦੇ ਵਿੱਚ ਕਾਂਗਰਸ ਸਹੀ ਕਰ ਰਹੀ ਹੈ ਕਿ ਗਲਤ ਕਰ ਰਹੀ ਹੈ, ਕਾਂਗਰਸ ਨੂੰ ਜਵਾਬ ਦੇਣਾ ਚਾਹੀਦਾ ਹੈ। ਪਰ ਮੈਂ ਇਹਦੇ 'ਚ ਇੱਕ ਗੱਲ ਜ਼ਰੂਰ ਮਤਲਬ ਤੁਰੰਤ ਕਹਿਣਾ ਚਾਹਾਂਗਾ, ਉਹ ਇਹ ਕਿ ਜਿਸ ਐਂਗਲ ਤੋਂ ਇਹ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ ਅੱਜ ਜੋ ਮਾਫੀਆਂ ਹੁੰਦੀਆਂ ਨੇ, ਚਾਹੇ ਉਹ ਗੁਜਰਾਤ ਦੇ ਬਿਲਕਿਸ ਬਾਨੋ ਦੇ ਰੇਪਿਸਟ ਦੀਆਂ ਹੋਣ, ਚਾਹੇ ਉਹ ਹੁਣ ਰਾਜੀਵ ਗਾਂਧੀ ਮਰਡਰ ਕੇਸ ਦੇ ਮਾਫੀਆਂ ਨੇ, ਇਹ ਸਾਰੀਆਂ ਮਾਫੀਆਂ ਜਿਹੜੀਆਂ ਨੇ, ਇਹ ਹਲੇ ਵੀ ਮੈਨੂੰ ਇਹ ਡਾਊਟ ਹੈ ਕਿ ਇਹ ਨਿਆਂ ਦੇ ਉਸੇ ਪਰਸਪੈਕਟਿਵ ਤੋਂ ਹੋ ਰਹੀਆਂ ਨੇ ਜਿਸ ਪਰਸਪੈਕਟਿਵ ਦੀ ਗੱਲ ਆਪਾਂ ਇੱਥੇ ਡਿਸਕਸ ਕਰ ਰਹੇ ਹਾਂ। ਮੈਨੂੰ ਡਾਊਟ ਹੈ ਇਹ ਮਾਫੀਆਂ ਜਿਹੜੀਆਂ ਨੇ ਵੋਟ ਬੈਂਕ ਸਿਆਸਤ ਦੀਆਂ ਇਕੁਏਸ਼ਨਾਂ ਦੇ ਵਿੱਚੋਂ, ਪੋਲੀਟੀਕਲ ਬਾਰਗੇਨਿੰਗ ਦੇ ਵਿੱਚੋਂ ਹੋ ਰਹੀ ਹੈ। ਇਸ ਕਰਕੇ ਸਿਰਫ ਐਕਟ ਨੂੰ ਅਸੀਂ ਤੈਅ ਨਹੀਂ ਕਰ ਪਾਏ। ਪ੍ਰੋਫੈਸਰ ਜਗਮੋਹਨ ਸਿੰਘ ਜੀ, ਮੈਂ ਕਲੋਜ਼ਰ ਦੀ ਗੱਲਬਾਤ ਨੂੰ ਜੇ ਅੱਗੇ ਲੈ ਕੇ ਜਾਵਾਂ, ਓਸਲੋ ਦੇ ਵਿੱਚ, ਨਾਰਵੇ ਦੇ ਵਿੱਚ ਇੱਕ ਨੌਜਵਾਨ ਉੱਠਿਆ ਨਾਜ਼ੀ ਜੇ ਖਿਆਲਾਂ ਦਾ, ਉਸਨੇ ਇੱਕ ਬੰਬ ਧਮਾਕਾ ਕਰ ਦਿੱਤਾ ਤੇ ਇੱਕ ਆਈਲੈਂਡ ਦੇ ਉੱਤੇ ਜਾ ਕੇ ਬੱਚਿਆਂ ਨੂੰ ਇੱਕ ਇੱਕ ਕਰਕੇ ਗੋਲੀ ਮਾਰਨੀ ਸ਼ੁਰੂ ਕਰ ਦਿੱਤੀ ਤੇ ਸ਼ਾਮ ਤੱਕ 77 ਲੋਕ ਮਾਰ ਦਿੱਤੇ, 77 ਬੱਚੇ ਮਾਰ ਦਿੱਤੇ ਤੇ ਉਸ ਨੂੰ 21 ਸਾਲ ਦੀ ਜੇਲ੍ਹ ਹੋਈ, ਕਿਉਂਕਿ ਨਾਰਵੇ ਦੇ ਵਿੱਚ ਕਿੰਨਾ ਵੀ ਵੱਡਾ ਕ੍ਰਾਈਮ ਹੋਵੇ ਤੁਹਾਨੂੰ 21 ਸਾਲ ਤੋਂ ਜ਼ਿਆਦਾ ਜੇਲ੍ਹ ਨਹੀਂ ਹੋ ਸਕਦੀ। ਲੋਕਾਂ ਨੇ ਕਿਹਾ ਇਸਨੇ ਇੰਨਾ ਵੱਡਾ ਜੁਰਮ ਕੀਤਾ, ਇਸ ਨੂੰ ਤਾਂ ਕਿੰਨੀ ਸਜ਼ਾ ਮਿਲਣੀ ਚਾਹੀਦੀ ਹੈ। ਨਾਰਵੇ ਨੇ ਕਿਹਾ ਅਸੀਂ ਸਜ਼ਾਵਾਂ ਆਪਣੇ ਵੈਲਿਊਜ਼ ਅਨੁਸਾਰ ਬਣਾਈਆਂ ਨੇ, ਇਹਦੇ ਵੈਲਿਊਜ਼ ਅਨੁਸਾਰ ਨਹੀਂ, 21 ਸਾਲ ਦੀ ਜੇਲ੍ਹ ਮਿਲੇਗੀ। ਮੈਂ ਤੁਹਾਨੂੰ ਸਿਰਫ ਇਹ ਦੱਸਣਾ ਚਾਹੁੰਦਾ ਕਿ 21 ਸਾਲ ਦੀ ਇਸ ਜੇਲ੍ਹ ਦੇ ਵਿੱਚ ਉਹਦੇ ਕੋਲ 3 ਕਮਰਿਆਂ ਦਾ ਸੈੱਲ ਹੈ, ਜਿਹਦੇ 'ਚ ਇੱਕ ਉਹਦਾ ਜਿਮ ਹੈ, ਇੱਕ ਉਹਦਾ ਸੌਣ ਦਾ ਕਮਰਾ ਹੈ, ਇੱਕ ਉਹਦਾ ਪੜ੍ਹਨ ਦਾ ਕਮਰਾ ਹੈ। ਉਹਦੇ ਕੋਲ ਫੋਨ ਨੇ, ਪ੍ਰਾਈਵੇਟ ਟੈਲੀਵਿਜ਼ਨ ਹੈ, ਪਲੇ ਸਟੇਸ਼ਨ ਹੈ, ਫਿਟਨੈਸ ਫੈਸਿਲਿਟੀ ਹੈ, ਵਰਕਿੰਗ ਟਾਇਲਟ ਹੈ, ਸ਼ਾਵਰ ਹੈ, ਗਰਮ ਖਾਣਾ ਮਿਲਦਾ ਹੈ, ਮਿਊਜ਼ਿਕ ਦੇ ਡਿਵਾਈਸਿਸ ਨੇ, ਫਿਲਮਾਂ ਉਹਦੇ ਕੋਲ ਹਾਜ਼ਰ ਨੇ, ਕਿਤਾਬਾਂ ਨੇ ਤੇ ਅਖਬਾਰਾਂ ਮਿਲਦੀਆਂ ਨੇ। ਉਹਨੇ ਚਿੱਠੀ ਲਿਖੀ ਕਿ ਮੈਨੂੰ ਮੇਰੀ ਕੌਫੀ ਠੰਡੀ ਆਉਂਦੀ ਹੈ, ਮੈਨੂੰ ਮੋਇਸਚਰਾਈਜ਼ਿੰਗ ਕਰੀਮ ਜਿਹੜੀ ਹੈ
ਉਹ ਸਰਦੀਆਂ ਵਿੱਚ ਮੇਰੀ ਘਟ ਜਾਂਦੀ ਹੈ ਜਾਂ ਮੈਨੂੰ ਨਹੀਂ ਦਿੱਤੀ ਜਾਂਦੀ, ਤੇ ਟੀਵੀ ਦੇ ਬਟਨ ਬਾਹਰ ਨੇ। ਜਿਨ੍ਹਾਂ ਬੱਚਿਆਂ ਦੇ ਮਾਂ-ਬਾਪ, ਜਿਹੜੇ ਬੱਚੇ ਮਾਰੇ ਗਏ ਸੀ, ਉਹਨਾਂ ਦੇ ਮਾਂ-ਬਾਪ ਨੇ ਪ੍ਰੈਸ ਕਾਨਫਰੰਸ ਕਰਕੇ ਗਿਆ ਕਿ ਯਾਰ ਅਸੀਂ ਇਹਦੇ ਵਰਗੇ ਰਾਖਸ਼ ਹੋ ਗਏ ਹਾਂ, ਉਸ ਨੂੰ ਕੋਲਡ ਕਰੀਮ ਚਾਹੀਦੀ ਹੈ, ਕਿਉਂ ਨਹੀਂ ਦਿੰਦੇ, ਉਸ ਨੂੰ ਦੇਣੀ ਚਾਹੀਦੀ ਹੈ। ਉਸਨੇ ਕਿਹਾ ਕਿ ਮੈਂ ਉਸ ਨੂੰ ਯੂਨੀਵਰਸਿਟੀ ਵਿੱਚ ਦਾਖਲਾ ਲੈਣਾ। ਉੱਥੇ ਉਹਨਾਂ ਬੱਚਿਆਂ ਦੇ ਭੈਣ ਭਰਾ ਪੜ੍ਹਦੇ ਸੀ ਜਿਹੜੇ ਉਸਨੇ ਮਾਰੇ ਸੀ। ਬੱਚਿਆਂ ਨੇ ਯੂਨੀਵਰਸਿਟੀ ਨਾਲ ਗੱਲ ਕੀਤੀ, ਉਹ ਕਹਿੰਦੇ ਸਾਡੇ ਆਪਣੇ ਮੁੱਲ ਨੇ, ਦਿਓ ਇਹਨੂੰ ਦਾਖਲਾ, ਅਸੀਂ ਇਹਦੇ ਅਨੁਸਾਰ ਜ਼ਿੰਦਗੀ ਨਹੀਂ ਜੀਣੀ, ਲੈਟ ਹਿਮ ਸਟੱਡੀ। ਅਜੇ ਉਹ ਜੇਲ੍ਹ ਦੇ ਵਿੱਚ ਹੈ। ਇਹ ਹੈ ਜਿੱਥੇ ਕਮਿਊਨਿਟੀ ਕਲੋਜ਼ਰ ਭਾਲਦੀ ਹੈ, ਇਨਸਾਫ ਭਾਲਦੀ ਹੈ। ਇੱਕ ਇਨਸਾਫ ਪਾਲਣ ਦਾ ਜਿਹੜਾ ਰਸਤਾ ਹੈ ਉਹ ਜਸਿੰਡਾ ਆਰਡਨ ਨੇ ਨਿਊਜ਼ੀਲੈਂਡ ਦੇ ਵਿੱਚ ਦਿਖਾਇਆ ਕਿ ਤੁਸੀਂ ਮੁਸਲਮਾਨਾਂ ਦੇ ਕਤਲਾਂ ਤੋਂ ਬਾਅਦ ਬਿਹੇਵ ਕਿੱਦਾਂ ਕਰਦੇ ਹੋ। ਦਿਸ ਇਜ਼ ਵੇਅਰ ਅਸੀਂ ਐਜ਼ ਗ੍ਰੇਟ ਧਰਮ ਦੇ ਅਨੁਯਾਈਆਂ ਦੇ ਤੌਰ ਦੇ ਉੱਤੇ, ਸਿੱਖੀਜ਼ਮ ਦੇ ਹਰ ਧਰਮ ਆਪਣੇ ਆਪ ਨੂੰ ਗ੍ਰੇਟ ਕਹਿੰਦਾ, ਉਹਦੇ ਅਨੁਯਾਈਆਂ ਦੇ ਤੌਰ ਦੇ ਉੱਤੇ ਅਸੀਂ ਉਹਨਾਂ ਤਮਾਮ ਆਪਣੀ 5000 ਸਾਲ ਦੀ ਸੰਸਕ੍ਰਿਤੀ ਦਾ ਰੌਲਾ ਪਾਉਂਦੇ ਹਾਂ, ਤੇ ਵੀ ਆਰ ਫੇਲਿੰਗ ਦੇਅਰ। ਦਰਅਸਲ ਵੀ ਆਰ ਨਾਟ ਰਿਲੀਜੀਅਸ, ਵੀ ਆਰ ਨਾਟ ਆਰਗੂਮੈਂਟੇਟਿਵ। ਸਾਡੀ ਕੋਈ ਗ੍ਰੇਟ ਸੰਸਕ੍ਰਿਤੀ ਨਹੀਂ ਹੈ, ਇਹ ਅਸੀਂ ਹਾਂ ਤੇ ਨੰਗੇ ਚਿੱਟੇ ਸਾਹਮਣੇ ਨਜ਼ਰ ਆ ਰਹੇ ਹਾਂ। ਵਰਲਡ ਇਜ਼ ਵਾਚਿੰਗ ਅਸ। ਮੈਂ ਬਿਲਕੁਲ ਸਹਿਮਤ ਹਾਂ ਤੁਹਾਡੇ ਨਾਲ ਜੀ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ 40 ਸਾਲਾ ਰਾਜ ਵਿੱਚ ਕਿਸੇ ਨੂੰ ਫਾਂਸੀ ਦੀ ਸਜ਼ਾ ਨਹੀਂ ਦਿੱਤੀ, ਠੀਕ ਹੈ ਜੀ। ਸਿੱਖੀ ਅਸੂਲਾਂ ਤੇ ਅਸੀਂ ਸਿਰਫ ਭਾਈ ਕਨ੍ਹਈਆ ਦੀਆਂ ਸਾਖੀਆਂ ਸੁਣਾਉਣ ਜੋਗੇ ਹਾਂ, ਅੱਗੋਂ ਕੁਝ ਨਹੀਂ ਕਰ ਰਹੇ। ਅੱਜ ਅਸੀਂ ਜਦੋਂ ਭਾਈ ਕਨ੍ਹਈਆ ਜੀ ਦੀ ਸਾਖੀ ਸੁਣਨੇ ਆ, ਨਾਲ ਅਸੀਂ ਅੱਜ ਜਿਹੜਾ ਨੈਰੇਟਿਵ ਸੋਸ਼ਲ ਮੀਡੀਆ ਤੇ ਔਰ ਸਾਰਾ ਕੁਝ ਦੇਖਨੇ ਆ ਪੰਜਾਬ ਨੂੰ ਦਰਪੇਸ਼ ਮੁਸ਼ਕਲਾਂ ਤੇ, ਅਸੀਂ ਇਨਸਟੈਂਟ ਜਸਟਿਸ ਵੱਲ ਬਹੁਤ ਜ਼ਿਆਦਾ ਜਾਂਦੇ ਆ। ਤੁਹਾਡੀ ਗੱਲ ਸੁਣ ਕੇ ਮੈਨੂੰ ਇਹ ਚੇਤੇ ਆਂਦਾ ਹੈ ਕਿ ਜਦੋਂ ਅਸੀਂ ਡੈਥ ਪੈਨਲਟੀ ਕੈਂਪੇਨ ਲਈ ਪੇਰਾਰੀ ਵਾਲਨ ਤੇ ਬਾਕੀ ਸਾਰਿਆਂ ਲਈ ਉੱਥੇ ਪਹੁੰਚੇ, ਤੇ ਮੈਂ ਉਹਨਾਂ ਨੂੰ ਕਿਹਾ ਜੀ, ਮੈਂ ਕਿ ਜੀ ਅਮਰੀਕਾ ਦੇ ਵਿੱਚ ਨਾ ਇੱਕ ਜਥੇਬੰਦੀ ਬਣੀ ਹੋਈ ਹੈ, ਐਸੋਸੀਏਸ਼ਨ ਆਫ ਮਦਰਸ ਆਫ ਮਰਡਰ ਵਿਕਟਿਮਸ। ਕਿਉਂਕਿ ਤੁਸੀਂ ਇਸ ਤਰ੍ਹਾਂ ਕਮਿਊਨਿਟੀਜ਼ ਬਿਲਡ ਕਰਦੇ ਹੋ, ਦਿਸ ਇਜ਼ ਹਾਊ ਯੂ ਆਰਗੇਨਾਈਜ਼ ਕਮਿਊਨਿਟੀਜ਼। ਅਸੀਂ ਵੀ ਕੋਈ ਕਿਧਰੇ ਨਾ ਕਿਧਰੇ ਗੱਲ ਨੂੰ ਮਤਲਬ ਤੋਰੀਏ ਆਪਣੀ ਕੌਨਸ਼ੀਅਸਨੈਸ ਵਿੱਚ, ਆਪਣੀ ਕਮਿਊਨਿਟੀ ਦੇ ਵਿੱਚ, ਵੀ ਕੋਈ ਗੱਲ ਨਹੀਂ, ਅਸੀਂ ਅੱਗੇ ਤੁਰਨੇ ਆ, ਅਸੀਂ ਤੁਹਾਡੇ ਵੱਲ ਪਹਿਲਾ ਕਦਮ ਚੁੱਕਨੇ ਆ, ਤੇ ਅਸੀਂ ਵੀ ਮੁਆਫੀ ਵੱਲ ਜਾਣਾ ਚਾਹੁੰਦੇ ਆ। ਕਿਉਂਕਿ ਗਿਲ ਜੀ, ਤੁਹਾਨੂੰ ਜਾਪਦਾ ਇੱਕ ਐਸਪੈਕਟ ਇਹ ਵੀ ਉਭਰ ਕੇ ਆਇਆ ਕਿ ਫੈਡਰਲਿਜ਼ਮ ਦਾ ਇੱਕ ਸਵਾਲ ਹੈ ਕਿ ਗਵਰਨਰ ਕਦੀ ਬੈਠ ਜਾਂਦਾ ਫਾਈਲ ਦੇ ਉੱਤੇ, ਤੇ ਹੁਣ ਉਹਦੇ ਵਿੱਚ ਵੀ ਸੁਪਰੀਮ ਕੋਰਟ ਨੇ ਵੀ ਕਿਹਾ ਕਿ ਗਵਰਨਰ ਦਾ ਇਹ ਫੈਸਲਾ ਗਲਤ ਸੀਗਾ ਤੇ ਬਕਾਇਦਾ ਸਟੇਟ ਗਵਰਨਮੈਂਟ ਕੋਲ ਅਧਿਕਾਰ ਸੀਗਾ। ਦਰਅਸਲ ਬਾਰ-ਬਾਰ ਪੰਜਾਬ ਫੈਡਰਲਿਜ਼ਮ ਦੇ ਉੱਤੇ ਲੜਾਈ ਤੋਂ ਖੁੰਝ ਰਿਹਾ, ਜਿਸ ਲੜਾਈ ਦੇ ਅਸੀਂ ਮੋਹਰੀ ਸੀ। ਇਹ ਤਾਂ ਸਵਾਲ ਉੱਠੇ ਨਾ, ਜੇ ਇਹਨਾਂ ਦੀ ਗਵਰਨਮੈਂਟ ਨੇ ਮਤਾ ਪਾ ਕੇ ਗਵਰਨਰ ਨੂੰ ਭੇਜਿਆ ਹੁੰਦਾ ਕੈਬਨਿਟ ਕੋਲੇ, ਉਦੋਂ ਤਾਂ ਕੁਝ ਕੀਤਾ ਨਹੀਂ ਜੀ। ਹੁਣ ਇਹ ਕਿਸ ਕੈਪੈਸਿਟੀ 'ਚ ਮੂਵ ਕਰ ਸਕਦੇ ਆ ਕਿ ਯੂਨੀਅਨ ਹੋਮ ਮਿਨਿਸਟਰ, ਕਿਉਂਕਿ ਜਿਹੜੇ ਟਾਡਾ ਦੇ ਕੇਸਿਸ ਨੇ ਉਹਨਾਂ ਵਿੱਚ ਫਾਈਨਲ ਓਕੇ ਜਿਹੜੀ ਹੋਣੀ ਆ ਯੂਨੀਅਨ ਹੋਮ ਮਿਨਿਸਟਰ ਤੋਂ ਹੋਣੀ ਆ। ਜੀ ਜੀ, ਇਟਸ ਅ ਯੂਨੀਕ ਡਿਵੈਲਪਮੈਂਟ ਜਿੱਥੇ ਸੁਪਰੀਮ ਕੋਰਟ ਨੇ ਸਿੱਧਾ ਕਹਿਤਾ ਕਿ ਵੀ ਗਵਰਨਰ ਸਾਹਿਬ ਤੁਹਾਡਾ ਕੋਈ ਅਧਿਕਾਰ ਨਹੀਂ ਹੈਗਾ, ਫੈਡਰਲ ਢਾਂਚਾ ਕਾਇਮ ਹੈਗਾ। ਹੁਣ ਇਸ ਕੌਮਾਂ ਤੇ ਸਾਡੀ ਸਿਆਸੀ ਪਾਰਟੀਆਂ ਤੇ ਹੈਗਾ ਕਿ ਇਸ ਨੂੰ ਅਸੀਂ ਕਿਸ ਤਰ੍ਹਾਂ ਐਨਕੈਸ਼ ਕਰਨੇ ਆ। ਮੇਰੇ ਕੋਲ ਸਮਾਂ ਬਿਲਕੁਲ ਖਤਮ ਹੈ। ਮੈਂ ਸਿਰਫ ਕਿਉਂਕਿ ਪ੍ਰਧਾਨ ਮੰਤਰੀ ਜੀ ਦੀ ਇੱਕ ਗੱਲ ਆਈ ਹੈ ਤੇ ਵੱਡੇ ਆਦਮੀ ਦੀ ਗੱਲ ਇਗਨੋਰ ਨਹੀਂ ਕਰਨੀ ਚਾਹੀਦੀ। ਉਹਨਾਂ ਨੇ ਕਿਹਾ ਕਿ ਭਾਵੇਂ ਇੰਨੀ ਮੈਨੂੰ ਨਫ਼ਰਤ ਕਰਦੇ ਨੇ ਲੋਕ, ਤੇ ਹਰ ਰੋਜ਼ ਮੈਂ 2-3 ਕਿਲੋ ਗਾਲਾਂ ਖਾਨਾ। ਮੈਂ ਪ੍ਰਧਾਨ ਮੰਤਰੀ ਦੇ ਸ਼ਬਦਾਂ 'ਚ ਅਵਗਿਆ ਨਾ ਹੋ ਜਾਵੇ, ਉਹਨਾਂ ਦੇ ਸ਼ਬਦ ਬੋਲਣਾ ਚਾਹਨਾ। ਉਹਨਾਂ ਨੇ ਕਿਹਾ ਲੋग मुझे पूछते हैं थकते नहीं हो। मैंने उनको समझाया है कि देखो भाई, मैं डेली 2 किलो 2.5 किलो 3 किलो गाली खाता हूँ। ये सारी गालियाँ मेरे अंदर प्रोसेस होकर न्यूट्रिशन में कन्वर्ट हो जाती हैं, सकारात्मक ऊर्जा बन जाती है। ਸੋ ਇਸ ਦੇਸ਼ ਦੇ ਵਿੱਚ ਜਿਨ੍ਹਾਂ ਨੂੰ ਗਾਲਾਂ ਦਿੱਤੀਆਂ ਜਾ ਰਹੀਆਂ ਨੇ, ਜਿਨ੍ਹਾਂ ਤੇ ਕੋਈ ਜ਼ੁਲਮ ਹੋ ਰਿਹਾ, ਜਿਨ੍ਹਾਂ ਨੂੰ ਨਿਆਂ ਨਹੀਂ ਮਿਲ ਰਿਹਾ, ਇਹ ਉਹਨਾਂ ਦੀ ਬਦਕਿਸਮਤੀ ਹੈ ਕਿ ਉਹਨਾਂ ਨੂੰ ਗਾਲਾਂ ਖਾ ਕੇ ਉਹਨੂੰ ਪ੍ਰੋਸੈਸ ਕਰਕੇ ਉਹਦੇ ਤੋਂ ਸਕਾਰਾਤਮਕ ਊਰਜਾ ਉਹਨਾਂ ਤੋਂ ਨਹੀਂ ਬਣਾਈ ਜਾ ਰਹੀ। ਇਸੇ ਕਰਕੇ 10 ਬਦਲੇ 10 ਸਿਰਾਂ ਦੀ ਗੱਲ 10 ਬਦਲੇ 10 ਸਿਰਾਂ ਦੀ ਗੱਲ ਹੁੰਦੀ ਹੈ। ਇਸੇ ਕਰਕੇ ਨਿਆਂ ਦੇ ਉਹਨਾਂ ਦੇ ਫਾਰਮੂਲੇ ਇਹ ਨੇ। ਹਾਂ, ਇਸੇ ਕਰਕੇ ਤੁਸੀਂ ਗਲੀਆਂ ਬਾਜ਼ਾਰਾਂ ਦੇ ਵਿੱਚ ਨਿਆਂ ਦੀਆਂ ਟੱਕਰਾਂ ਮਾਰਦੇ ਫਿਰਦੇ ਹੋ ਤੇ ਸੋਚਦੇ ਹੋ ਕੋਈ ਬੰਦੀ ਸਿੰਘਾਂ ਨੂੰ ਛੱਡ ਦੇਵੇ, ਕੋਈ ਸਾਡੇ ਇੰਨੇ ਕਤਲ ਕੀਤਿਆਂ ਦੀ ਵੀਰਾਂ ਭੈਣਾਂ ਮਾਵਾਂ ਦੀ ਕੋਈ ਮੁਆਫੀ ਹੀ ਮੰਗ ਲਵੇ, ਕੋਈ ਸਾਡੇ ਵੱਲ ਹੱਥ ਵਧਾਵੇ। ਤੁਸੀਂ ਗਾਲਾਂ ਖਾ ਕੇ ਇਹ ਕੋਈ ਸਕਾਰਾਤਮਕ ਊਰਜਾ ਬਣਾਉਣੀ ਸਿੱਖੋ। ਸਾਡੇ ਪ੍ਰਧਾਨ ਮੰਤਰੀ ਜੀ ਨੂੰ ਇਹ ਵੱਲ ਖੂਬ ਆਉਂਦਾ ਹੈ। ਪਰਮਾਤਮਾ ਕਰੇ ਉਹ ਬਾਕੀਆਂ ਨੂੰ ਅਜਿਹਾ ਕੋਈ ਵੱਲ ਸਿਖਾ ਸਕਣ। ਨਿਆਂ ਦੀ ਇਸ ਸਫ਼ਰ ਦੇ ਵਿੱਚ ਕੀ ਸਿੱਖਣਾ ਪੈਂਦਾ ਹੈ ਕੌਣ ਜਾਣੇ। ਅੱਜ ਲਈ ਇੰਨਾ ਹੀ। ਧੰਨਵਾਦ। ਤੇਰਾ ਬਰਾਖਾ।